हे जंत भय हरियावले, जिनी मेरा सतगुर देखिया जाए। साहिब सतगुरु श्री गुरु ग्रंथ साहिब महाराज जी की पावन गोद का आनंद मान रहे वडभागी जनों। सतगुरु गुरु ग्रंथ साहिब महाराज जी की अपार बख्शिश हुई है। संगत रूप में जुड़ बैठे हाँ। गुरु प्यारी साध संगत, इस हफ्ते 31 जनवरी ਨੂੰ ਧੰਨ ਗੁਰੂ ਹਰਿ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੀ। ਸੋ ਅੱਜ ਦੇ ਇਹ ਦੀਵਾਨ ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਜੋ ਸਾਡੇ 7ਵੇਂ ਸਤਿਗੁਰੂ ਜੀ ਹਨ, ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਦੇ ਨਾਲ ਨਾਲ ਹੀ ਅੱਜ ਕੁਲਵੀਰ ਸਿੰਘ ਰਿਆਇਤ ਪਰਿਵਾਰ ਵੱਲੋਂ ਉਹਨਾਂ ਦੀਆਂ ਬੱਚੀਆਂ ਮਨਪ੍ਰੀਤ ਕੌਰ ਤੇ ਅਵਨੀਤ ਕੌਰ, ਉਹਨਾਂ ਦੇ 21ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸਮਾਗਮ ਹੋ ਰਹੇ ਹਨ। ਆਓ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੀ ਵਿਚਾਰ ਸਾਂਝੀ ਕਰੀਏ, ਤਾਂ ਕਿ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਨ, ਸਾਡੇ ਜੀਵਨ ਦੇ ਅੰਦਰ ਗੁਰਮਤਿ ਦਾ ਪ੍ਰਕਾਸ਼ ਹੋਵੇ, ਮਨਮਤ ਦੇ ਹਨੇਰੇ ਦਾ ਨਾਸ਼ ਹੋਵੇ। ਜੋ ਮਹਾਰਾਜ ਬਖਸ਼ਿਸ਼ ਕਰਦੇ ਹਨ, ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਪਾਵਨ ਜੀਵਨ ਦੀ ਵਿਚਾਰ ਆਰੰਭ ਕਰੀਏ। ਆਪ ਸਰਬਤ ਸੰਗਤਾਂ ਗੁਰੂ ਫਤਿਹ ਦੀ ਸਾਂਝ ਪਾ ਕੇ ਅਸੀਸ ਬਖਸ਼ੋ ਜੀ। ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਹਰਿ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਪਿਆਰੇ ਸਾਧ ਸੰਗਤ ਕੀਰਤਪੁਰ ਸਾਹਿਬ ਵਿਖੇ 16 ਜਨਵਰੀ 1630 ਈਸਵੀ ਨੂੰ ਹੋਇਆ ਹੈ। ਗੁਰਦੇਵ ਸਤਿਗੁਰੂ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ, ਇਹ ਪੀੜ੍ਹੀ ਚੱਲਦੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਬਾਬਾ ਪਿਰਥੀ ਚੰਦ ਜੀ, ਬਾਬਾ ਮਹਾਦੇਵ ਜੀ। 3 ਪੁੱਤਰ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਗੁਰੂ ਰਾਮਦਾਸ ਮਹਾਰਾਜ ਜੀ ਦੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਗੱਦੀ ਤੇ ਬਿਰਾਜਮਾਨ ਹੋਏ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। 11 ਸਾਲ ਦੀ ਉਮਰ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ, ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹਾਦਤ ਵਾਸਤੇ ਲਾਹੌਰ ਜਾਂਦੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਨੇ 5 ਸੁਪੁੱਤਰ ਨੇ। ਇੱਕ ਧੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ। ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਵੱਡੇ ਪੁੱਤਰ ਨੇ। ਪਰ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਬਟਾਲੇ ਦੀ ਧਰਤੀ ਤੇ ਹੋਇਆ। ਸ਼ਾਇਦ ਆਪ ਜੀ ਨੂੰ ਉਸ ਇਤਿਹਾਸਕ ਸਾਖੀ ਦਾ ਚੇਤਾ ਹੋਵੇ, ਜਦੋਂ ਅਸੀਂ ਦੇਖਦੇ ਹਾਂ ਕਿ ਬਰਾਤ ਵਿੱਚ ਸ਼ਾਮਲ ਹੋਏ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਤਨ ਤੋਂ ਨੰਗੇ ਬੱਚੇ ਨੂੰ ਦੇਖਦੇ ਹਨ ਤੇ ਆਪਣੇ ਤਨ ਦਾ ਕੀਮਤੀ ਚੋਲਾ ਲਾ ਕੇ ਉਸ ਬੱਚੇ ਨੂੰ ਇਹ ਕਹਿ ਕੇ ਦੇ ਦਿੰਦੇ ਹਨ, ਮੇਰੀ ਮਾਂ ਤਾਂ ਮੈਨੂੰ ਹੋਰ ਬਣਾ ਕੇ ਦੇ ਦੇਗੀ, ਤੇਰੀ ਤਾਂ ਮਾਂ ਨਹੀਂ, ਪਿਓ ਨਹੀਂ, ਤੂੰ ਅਨਾਥ ਹੈ, ਇਸ ਕਰਕੇ ਇਹ ਚੋਲਾ ਤੇਰੇ ਤਨ ਤੇ ਸ਼ੋਭਦਾ ਹੈ। ਜਦੋਂ ਇਹ ਸਾਖੀ ਬੀਤਦੀ ਹੈ ਨਾ, ਉਦੋਂ ਬਾਬਾ ਗੁਰਦਿੱਤਾ ਜੀ ਦਾ ਵਿਆਹ ਹੈ, ਆਨੰਦ ਕਾਰਜ ਹੈ। ਇਸ ਬਰਾਤ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜਾ ਰਹੇ ਨੇ। ਬਾਬਾ ਗੁਰਦਿੱਤਾ ਜੀ ਦਾ ਵਿਆਹ ਬਟਾਲੇ ਦੀ ਧਰਤੀ ਤੇ ਹੋਇਆ। ਨਾਮ ਹੈ ਮਾਤਾ ਨਿਹਾਲ ਕੌਰ ਜੀ। ਅੱਜ ਵੀ ਬਟਾਲੇ ਦੀ ਧਰਤੀ ਤੇ ਬਾਬਾ ਗੁਰਦਿੱਤਾ ਜੀ ਦੇ ਆਨੰਦ ਕਾਰਜ ਵਾਲੇ ਸਥਾਨ ਤੇ ਗੁਰਦੁਆਰਾ ਸਤ ਕਰਤਾਰੀਆਂ ਸਾਹਿਬ ਸੁਸ਼ੋਭਿਤ ਹੈ। ਇਹ ਉਹ ਸ਼ਹਿਰ ਹੈ ਗੁਰੂ ਪਿਆਰੇ ਸਾਧ ਸੰਗਤ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵਿਆਹ ਹੋਇਆ ਹੈ। ਵਿਆਹ ਅਸਥਾਨ ਗੁਰੂ ਨਾਨਕ ਸਾਹਿਬ ਜੀ ਦਾ, ਵਿਆਹ ਅਸਥਾਨ ਬਾਬਾ ਗੁਰਦਿੱਤਾ ਜੀ ਦਾ। ਇਹ ਉਹ ਸਥਾਨ ਹੈ ਸਤ ਕਰਤਾਰੀਆਂ ਗੁਰਦੁਆਰਾ ਸਾਹਿਬ ਗੁਰੂ ਪਿਆਰੀ ਸਾਧ ਸੰਗਤ, ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਪਹੁੰਚੇ ਨੇ, ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਵੀ ਆਪਣੇ ਬਚਪਨ ਵਿੱਚ ਪਹੁੰਚੇ ਨੇ। ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦੇ ਸਰੂਪ ਜਿਹੜਾ ਸੀ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਮਿਲਦਾ ਹੈ, ਤੇ ਉਹਨਾਂ ਨੂੰ ਬਾਬੇ ਸ਼੍ਰੀ ਚੰਦ ਨੇ ਗੁਰੂ ਨਾਨਕ ਦੇ ਘਰ ਵਿੱਚ ਮਿਲਾਪ ਕਰਕੇ ਤੇ ਇਹ ਗੱਲ ਕਹਿ ਦਿੱਤੀ ਸੀ ਕਿ ਹੁਣ ਅਸੀਂ ਤਾਂ ਗੁਰੂ ਨਾਨਕ ਦੇ ਘਰ ਵਿੱਚ ਮੇਲ ਕਰ ਲਿਆ ਹੈ,
गुरु नानक की सिक्खी की प्रचार की जिम्मेवारी तुहाडी है। उन्हां दे घर सब तो वड्डे पुत्र ने बाबा गुरदित्ता जी के धीरमल जी, ਜਿਹੜੇ करतारपुर आण के रहना शुरू करते हैं, ते छोटे पुत्र ने गुरु हरि साहिब महाराज कीरतपुर साहिब विखे प्रकाश होया। अजे गुरु हरि साहिब महाराज जी की 8 साल की उम्र है जदों बाबा गुरदित्ता जी अकाल चलाना कर जाते हैं। जदों बाबा गुरदित्ता जी ने अकाल चलाना किया है तो धीरमल जी नूं कीरतपुर साहिब सद्दा भेजा कि तुहाडे पिता जी अकाल चलाना कर गए ने, तुसीं आओ। पर धीरमल जी अपनी हौमे दे वस होए आए नहीं। गुरु हरगोबिंद साहिब जी ने फिर पुत्र की जिम्मेवारी की जिहड़ी दस्तार है वो गुरु हरि साहिब महाराज के सीस ते सजा दी है। ये गल है 1638 ईस्वी। गुरु हरि साहिब महाराज जी की विद्या का प्रबंध गुरु हरगोबिंद साहिब महाराज जी ने आप किया है। कीरतपुर साहिब की धरती से जिस जगह से गुरु हरि साहिब महाराज जी का प्रकाश होया, जिन्हां संगतां ने दर्शन किए ने, कीरतपुर साहिब विखे गुरुद्वारा शीश महल साहिब है। एक शीश महल साहिब गुरुद्वारा गुरु प्यारे साध संगत गुरु के महल जिहड़ा श्री अमृतसर साहिब विखे है। इस जगह से गुरु हरि साहिब जी का प्रकाश होया। गुरु हरगोबिंद साहिब महाराज जी ने विद्या का प्रबंध, घोड़सवारी का प्रबंध, शास्त्र विद्या का प्रबंध आप करवाया है। इतिहासकार लिखते हैं गुरु हरगोबिंद साहिब महाराज हर वेले गुरु हरि साहिब जी को अपने नाल रखते हैं। अमृत वेले के दीवान तो लैके संगतां नाल विचार करन तो लैके लंगर छकण तक, इत्थों तक कि जो ज्ञान की विचार होंदी है, ज्ञान गोष्ठ होंदी है, जिहड़ी अज ज्ञान गोष्ठी सिखां विच खत्म हो गई है। साडी मानसिकता इन्नी उच्ची होवे कि असीं गुरुद्वारा साहिब गुरु का ज्ञान लैण वास्ते पहुंचीए। इत्थे साडे अंदर दे सवालों के जवाब गुरमत अनुसार दिते जाण ताकि साडे अंदरों अज्ञानता खत्म होवे ते ज्ञान का प्रकाश होवे। हर गुरुद्वारा साहिब विखे ऐसा प्रबंध होना चाहिए, भावें 1 घंटा या 2 घंटे का टाइम फिक्स किया जाए, जिथे संगतां बैठण ते कलियां सुणन ही ना सगों अपने अंदर के सवाल भी साझे करन। ऐसा गुरु हजूर विच रोजाना हुंदा है। जदों मैं गुरु इतिहास पढ़दा ते सारे गुरु साहिबान महाराज जी दे नित करनी विच सवेर दे आसा की वार तो बाद का जिहड़ा समा है वो इस कारण दिता जाता कि संगतां दे सवालों के जवाब गुरुदेव देंदे ने। गुरु हरि साहिब महाराज हर समय गुरु हरगोबिंद साहिब महाराज के नाल रहिंदे ने। एक दिन की गाथा है, गुरु हरगोबिंद साहिब महाराज गुरु हरि साहिब जी के नाल बाग विच टहल रहे हैं ते बेमौसमा एक फुल बहुत सोहना खिड़िया होया सी। गुरु हरगोबिंद साहिब महाराज बड़े खुश होए, बड़ी तारीफ की। पर जदों सतगुरु अगे चले गए, गुरु हरि साहिब महाराज ने वापस आना सी। गुरु हरगोबिंद साहिब वापस आए तो की देखते हैं, वो फुल टुट के जमीन से डिग्या होया ते पैरों में मधोलिया होया। सतगुरु गुरु हरगोबिंद साहिब महाराज जी ने माली नूं बुलाया, उसनों पूछया कि हुणे तां इन्ना सोहना खिड़िया फुल सी, हुण इसनूं की हो गया। माली ने एक गल कही, कह लगे हरि साहिब जी ने जो लम्मा चोला पहनिया सी उस चोले नाल अड़ के ये फुल टुट गया, उन्हां दे पैरां थल्ले कुचलिया गया है, इस तरीके दे नाल ये फुल दा नाश हो गया। उस वेले ही गुरु हरगोबिंद साहिब महाराज ने गुरु हरि साहिब महाराज जी नूं बुलाया, एक बचन किया, कह लगे बेटा जे चोला वड्डा पहनना है तो उसनूं संकोच के चलो। बड़ा बड़ा राज सी इस गल दे विच। बेटा जे तुहानूं ताकत मिलती है, रब जी की बख्शिश होंदी है, उस बख्शिश नूं संभाल के चलो। गुरबाणी विच भी इस गल का जिक्र आया। साहब कह लगे मन तू मत मान करै, जे हऊँ किछ जानदा गुरमुख निमाणा हो। साहब कह लगे जे रब जी दी बख्शिशां लैणीआं ते निमरता विच आ। एक बख्शिश भरिया शब्द सतगुरु दा आया। महाराज जी कह लगे अनहोंदा आप गनाए, अपनी हौमे का त्याग करके निमरता विच रहे, चोला संकोच के चलो दी बख्शिश ये हुई थी। महाराज सतगुरु गुरु अर्जन देव महाराज ने सुखमनी साहिब विच बख्शिश की थी। महाराज जी कह लगे जो जाने मैं जोबनवंत, सो होवत विष्टा का जंत, आपस को कर्मवंत कहावै, जन्म मरण बहु जोन परमावै, धन भूमिका जो करे गुमान, सो मूर्ख अंधा अज्ञान,
ਕਹਿੰਦੇ ਜਿਹਦੇ ਮਨੁੱਖ ਤੇ ਰੱਬ ਜੀ ਦੀ ਬਖਸ਼ਿਸ਼ ਹੋਵੇ ਉਹਦੇ ਕੋਲ ਹਿਰਦੇ ਦੀ ਨਿਮਰਤਾ ਮਿਲਦੀ ਹੈ, ਤੇ ਜਿਹਦੇ ਕੋਲ ਹਿਰਦੇ ਦੀ ਨਿਮਰਤਾ ਹੈ ਉਹ ਇਸ ਲੋਕ ਤੇ ਪਰਲੋਕ ਵਿੱਚ ਹਮੇਸ਼ਾ ਹੀ ਮੁਕਤਾ ਹੈ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾ ਮੁਕਤ ਆਗੈ ਸੁਖ ਪਾਵੈ। ਉਚਾਰਨ ਕਰਿਓ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਕਹਿੰਦੇ ਬਾਣਾ ਸੰਕੋਚ ਕੇ ਚਲੋ, ਅਣਹੋਂਦਾ ਆਪ ਗਨਾਏ। ਸਾਹਿਬ ਸਤਿਗੁਰੂ ਇੱਕ ਸਾਖੀ ਆਉਂਦੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਹਜ਼ੂਰ ਵਿੱਚ ਗੁਰੂ ਕੇ ਪੁੱਤਰ ਵੀ ਆਉਂਦੇ ਨੇ ਤੇ ਸਿੱਖ ਵੀ ਆਉਂਦੇ ਨੇ। ਪਰ ਸੰਗਤਾਂ ਨੇ ਇੱਕ ਗੱਲ ਨੋਟ ਕੀਤੀ ਕਿ ਜਦੋਂ ਬਾਬਾ ਤਿਆਗਮੱਲ ਜੀ ਗੁਰੂ ਤੇਗ ਬਹਾਦਰ ਮਹਾਰਾਜ ਆਉਂਦੇ ਨੇ, ਅੱਖਾਂ ਨੀਵੀਆਂ ਹੁੰਦੀਆਂ ਨੇ। ਸੰਗਤਾਂ ਨੇ ਗੌਰ ਕੀਤਾ, ਜਦੋਂ ਨਮਸਕਾਰ ਕਰਦੇ ਨੇ, ਜਦੋਂ ਸਤਿਗੁਰੂ ਜੀ ਅੱਗੇ ਅਰਦਾਸ ਕਰਦੇ ਨੇ, ਨਜ਼ਰਾਂ ਨੀਵੀਆਂ ਨੇ। ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪੁੱਛਦੇ ਨੇ, ਮਹਾਰਾਜ ਐਸਾ ਕਿਉਂ? ਤੁਹਾਡਾ ਇਹ ਪੁੱਤਰ ਜਦੋਂ ਆਉਂਦਾ ਹੈ ਅੱਖਾਂ ਝੁਕਾ ਕੇ ਕਿਉਂ ਆਉਂਦਾ ਹੈ? ਇੰਨੇ ਚਿਰ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਆਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੁੱਛਦੇ ਨੇ, ਬੇਟਾ ਨਜ਼ਰਾਂ ਕਿਉਂ ਝੁਕੀਆਂ? ਸੰਗਤਾਂ ਪੁੱਛਦੀਆਂ ਨੇ। ਬੜਾ ਕੀਮਤੀ ਜਵਾਬ ਸੀ। ਸੰਗਤ ਮਨ ਵਿੱਚ ਵਸਾ ਲੈਣਾ, ਗੁਰੂ ਦੀ ਬਖਸ਼ਿਸ਼ ਹੋਵੇਗੀ। ਬਾਬਾ ਤਿਆਗਮੱਲ ਜੀ ਉਮਰ ਅਜੇ 8 ਸਾਲ ਦੀ ਹੈ। ਕਹਿਣ ਲੱਗੇ, ਸਤਿਗੁਰੂ ਜਦੋਂ ਕੋਈ ਸਾਡੀ ਚੋਰੀ ਫੜ ਲਵੇ ਨਾ, ਸਾਡੇ ਗੁਨਾਹ ਨੂੰ ਫੜ ਲਵੇ, ਤੇ ਸਾਡੀਆਂ ਨਜ਼ਰਾਂ ਉਹਦੇ ਅੱਗੇ ਝੁਕ ਜਾਂਦੀਆਂ ਨੇ ਸ਼ਰਮ ਨਾਲ। ਸਤਿਗੁਰੂ ਤੁਸੀਂ ਸਾਡੇ ਅੰਦਰ ਦੀ ਜਾਣਦੇ ਹੋ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਗੁਰ ਪਰਮੇਸ਼ਰ ਏਕੋ ਜਾਣ। ਸਤਿਗੁਰੂ ਤੁਸੀਂ ਮੇਰੇ ਔਗਣਾਂ ਨੂੰ, ਗੁਨਾਹਾਂ ਨੂੰ ਜਾਣਦੇ ਹੋ, ਤੇ ਤੁਸੀਂ ਜਾਣਦੇ ਹੋ, ਇਸ ਕਰਕੇ ਮੈਂ ਆਪਣੀਆਂ ਨਜ਼ਰਾਂ ਤੁਹਾਡੇ ਸਾਹਮਣੇ ਨਹੀਂ ਚੁੱਕਦਾ। ਇੱਕੋ ਹੀ ਗੱਲ ਕਹਿਣਾ ਹਾਂ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਤੁਹਾਡੇ ਅੱਗੇ ਅਰਦਾਸ ਬੇਨਤੀ ਕਰਦਾ ਹਾਂ, ਤੇ ਅਰਦਾਸ ਬੇਨਤੀ ਕਰਦਿਆਂ ਨਜ਼ਰਾਂ ਝੁਕੀਆਂ ਹੀ ਪ੍ਰਵਾਨ ਹੁੰਦੀਆਂ ਨੇ। ਗੁਰੂ ਹਰਿ ਸਾਹਿਬ ਮਹਾਰਾਜ, ਉਹ ਦਿਨ ਦਾ ਬਚਨ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਬੇਟਾ ਬਾਣਾ ਵੱਡਾ ਪਾਉਣਾ ਤੇ ਸੰਕੋਚ ਕੇ ਚੱਲੋ। ਉਸ ਦਿਨ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨਾਂ ਨਾਲ ਗੁਰੂ ਹਰਿ ਸਾਹਿਬ ਮਹਾਰਾਜ ਨੇ ਜੀਵਨ ਭਰ ਨਿਮਰਤਾ ਧਾਰਨ ਕਰੀ ਰੱਖੀ ਹੈ। ਸ਼ਿਕਾਰ ਖੇਡਦੇ ਸਨ, ਹਿਰਦਾ ਬੜਾ ਕੋਮਲ ਸੀ। ਜਾਨਵਰ ਨੂੰ ਮਾਰੇ ਤੋਂ ਬਗੈਰ ਫੜ ਕੇ ਲੈ ਆਉਂਦੇ ਸਨ, ਚਿੜੀਆ ਘਰ ਵਿੱਚ ਰੱਖਦੇ ਸਨ। ਜ਼ਖਮੀ ਜਾਨਵਰ ਨੂੰ ਉੱਥੇ ਰੱਖਣਾ। ਗੁਰੂ ਪਿਆਰੀ ਸਾਧ ਸੰਗਤ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਘਾਟ ਘੜ ਦਿੱਤੀ ਗੁਰੂ ਹਰਿ ਸਾਹਿਬ ਮਹਾਰਾਜ ਦੀ। ਸਮਾਂ ਆਇਆ ਹੈ 1644 ਦਾ। 14 ਸਾਲ ਦੀ ਉਮਰ ਹੈ ਗੁਰੂ ਹਰਿ ਸਾਹਿਬ ਮਹਾਰਾਜ ਦੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰੂ ਹਰਿ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਕਰ ਦਿੱਤੀ ਹੈ। ਉਮਰ 14 ਸਾਲ ਦੀ ਹੈ। ਧੀਰਮਲ ਜੀ ਵੱਡੇ ਨੇ। ਕਾਰਨ ਕੀ ਹੈ ਧੀਰਮਲ ਨੂੰ ਗੱਦੀ ਨਹੀਂ ਮਿਲੀ? ਕਿਉਂਕਿ ਆਮ ਤੌਰ ਤੇ ਦੁਨਿਆਵੀ ਤੌਰ ਤੇ ਵੱਡਾ ਪੁੱਤਰ ਜ਼ਿੰਮੇਵਾਰ ਸਮਝਿਆ ਜਾਂਦਾ ਹੈ। ਰਾਜ ਘਰਾਣਿਆਂ ਵਿੱਚ ਵੱਡੇ ਪੁੱਤਰ ਨੂੰ ਰਾਜ ਤਿਲਕ ਦਿੱਤਾ ਜਾਂਦਾ, ਭਾਵੇਂ ਯੋਗ ਹੋਵੇ ਭਾਵੇਂ ਨਾ ਹੋਵੇ। ਕਿਉਂਕਿ ਧੀਰਮਲ ਦੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਹ ਸਰੂਪ ਸਨ, ਜਿਹੜੇ ਸਰੂਪ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਗੁਰਦਾਸ ਜੀ ਕੋਲੋਂ ਲਿਖਵਾਏ ਨੇ। ਤੋ ਇਹ ਸੋਚਦਾ ਸੀ ਕਿ ਜਿਹਦੇ ਕੋਲੇ ਸਰੂਪ ਨੇ ਉਹ ਹੀ ਗੁਰੂ ਹੈ। ਇਸ ਕਰਕੇ ਕਈ ਵਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਉੱਚੀ ਵੀ ਬੋਲਣਾ, ਗੁਰੂ ਘਰ ਦਾ ਸ਼ਰੀਕ ਬਣ ਬੈਠਾ ਸੀ। ਤੇ ਫਿਰ ਜਦੋਂ ਚੌਥੀ ਕਰਤਾਰਪੁਰ ਦੀ ਜੰਗ ਹੋਈ ਹੈ, ਪੈਂਦੇ ਖਾਂ ਦਾ ਸਾਥ ਦੇਣ ਨੂੰ ਫਿਰਦਾ ਸੀ ਧੀਰਮਲ। ਗੁਰੂ ਘਰ ਦੇ ਨਾਲ ਵੈਰ ਰੱਖਣ ਵਾਲੇ ਨੂੰ ਗੁਰੂ ਜੀ ਨੇ ਪ੍ਰਵਾਨ ਨਹੀਂ ਕੀਤਾ। 14 ਸਾਲ ਦੇ ਗੁਰੂ ਹਰਿ ਸਾਹਿਬ ਮਹਾਰਾਜ ਨੂੰ ਗੁਰਗੱਦੀ ਬਖਸ਼ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੱਥਾ ਟੇਕ ਦਿੱਤਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ। ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਿ ਸਾਹਿਬ ਮਹਾਰਾਜ ਨੂੰ ਮਿਲੀ ਹੈ। ਤੇ ਇੱਕ ਬਚਨ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਮਾਰੇ ਕਹਿ ਲਗੇ ਦਿੱਲੀ ਨਹੀਂ ਜਾਣਾ, 2200 ਘੋੜਸਵਾਰ ਹਮੇਸ਼ਾ ਤਿਆਰ ਰੱਖਣੇ ਹਨ, ਤੇ ਭਰੋਸਾ ਅਕਾਲ ਦਾ ਰੱਖਣਾ। ਜਦੋਂ ਗੁਰਗੱਦੀ ਤੇ ਵਿਰਾਜਮਾਨ ਹੋਏ, ਜਿਹੜਾ ਪਹਿਲਾ ਉਪਦੇਸ਼ ਗੁਰੂ ਹਰਿ ਸਾਹਿਬ ਮਹਾਰਾਜ ਨੇ ਦਿੱਤਾ, ਇਤਿਹਾਸਕਾਰਾਂ ਨੇ ਸਾਂਭ ਕੇ ਰੱਖਿਆ। ਉਹ ਕਹਿੰਦੇ ਨੇ ਪਹਿਲਾ ਉਪਦੇਸ਼ ਸਤਿਗੁਰੂ ਨੇ ਸੰਗਤਾਂ ਨੂੰ ਦਿੱਤਾ ਹੈ, ਸਤਿਨਾਮ ਜਪੋ, ਰੱਬ ਜੀ ਤੇ ਭਰੋਸਾ ਰੱਖੋ, ਬੁਰੇ ਕੰਮਾਂ ਤੋਂ ਬਚੋ, ਸਤ ਸੰਗਤ ਰੋਜ਼ ਕਰੋ, ਕਾਮ ਕ੍ਰੋਧ ਦੀ ਸੰਗਤ ਤੋਂ ਜਿੰਨਾ ਬਚਿਆ ਜਾਵੇ ਬਚੋ, ਜ਼ਰੂਰਤਮੰਦ ਦੀ ਮਦਦ ਕਰੋ। ਸਾਹਿਬ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਨਿੰਦਿਆ ਨਾ ਕਰੋ, ਚੋਰੀ ਨਾ ਕਰੋ। ਇਹ ਬਖਸ਼ਿਸ਼ ਭਰੇ ਬਚਨ ਸਤਿਗੁਰੂ ਜੀ ਨੇ ਕੀਤੇ ਨੇ। ਗੁਰੂ ਹਰਿ ਸਾਹਿਬ ਮਹਾਰਾਜ ਗੁਰਗੱਦੀ ਤੇ ਵਿਰਾਜਮਾਨ ਹੋਏ। ਗੁਰੂ ਪਿਆਰੇ ਸਾਧ ਸੰਗਤ, ਕੁਝ ਗੱਲਾਂ ਅੱਜ ਸਿੱਖ ਇਤਿਹਾਸ ਵਿੱਚੋਂ ਸਾਨੂੰ ਖੋਜਣੀਆਂ ਪੈਣਗੀਆਂ, ਪਰ ਅੱਜ ਦੇ ਮਾਡਰਨ ਵੇ ਦੇ ਨਾਲ। ਕੀਰਤਪੁਰ ਸਾਹਿਬ ਨਗਰ ਜਿਹੜਾ ਹੈ, ਗੁਰੂ ਹਰਿ ਸਾਹਿਬ ਮਹਾਰਾਜ ਵੇਲੇ
ਜਿਹੜੇ ਇਤਿਹਾਸਕਾਰਾਂ ਲਿਖਿਆ, ਉਹਨਾਂ ਨੇ ਲਿਖਿਆ ਬਾਗਾਂ ਦਾ ਸ਼ਹਿਰ ਸੀ। ਦੈਟ ਵਾਜ਼ ਦਾ ਮੋਸਟ ਗ੍ਰੀਨ ਸਿਟੀ ਇਨ ਦਾ ਵਰਲਡ ਦੈਟ ਟਾਈਮ। 52 ਬਾਗ ਸਨ ਕੀਰਤਪੁਰ ਸਾਹਿਬ ਦੇ ਵਿੱਚ, ਔਰ ਦੂਰ ਦੂਰ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਮਾਲੀ ਸਤਿਗੁਰੂ ਜੀ ਨੇ ਮੰਗਾਏ, ਵਧੀਆ ਰੁੱਖਾਂ ਵਾਸਤੇ ਵਧੀਆ ਬੀਜ, ਵਧੀਆ ਬੂਟੇ ਮੰਗਾਏ, ਤਾਂ ਕਿ ਕੀਰਤਪੁਰ ਸਾਹਿਬ ਦੁਨੀਆ ਦਾ ਸਭ ਤੋਂ ਹਰਿਆਵਲ ਸ਼ਹਿਰ ਬਣ ਸਕੇ। ਅੱਜ ਜਿਹੜੀ ਦੁਨੀਆ ਭਰ ਦੇ ਵਿੱਚ ਐਨਵਾਇਰਮੈਂਟਲ ਪ੍ਰੋਬਲਮ ਆ ਰਹੀ ਹੈ, ਗਲੋਬਲ ਵਾਰਮਿੰਗ ਦੀ ਪ੍ਰੋਬਲਮ ਆ ਰਹੀ ਹੈ, ਅੱਜ ਸਮਾਂ ਹੈ ਕਿ ਇਕੱਲਾ ਗੁਰਦੁਆਰੇ 'ਚ ਖੰਡ ਪਾਠ ਦਾ ਭੋਗ ਨਾ ਪਾਇਆ ਜਾਵੇ। ਮੈਂ ਹਰ ਜਗ੍ਹਾ ਤੇ ਬੇਨਤੀ ਕੀਤੀ ਹੈ, ਜਿੱਥੇ ਵੀ ਵਿਚਾਰ ਕਰਨ ਗਿਆ, ਕਿਉਂਕਿ ਗੁਰੂ ਨਾਨਕ ਦੀ ਵਿਚਾਰ ਘਰ ਘਰ ਤੱਕ ਪਹੁੰਚਣੀ ਚਾਹੀਦੀ ਹੈ, ਨਹੀਂ ਇੱਕ ਜਗ੍ਹਾ ਤੇ ਸੀਮਤ ਰਹਿ ਜਾਏ। ਗੁਰੂ ਨਾਨਕ ਦਾ ਸਿੱਖ ਜਿਹੜਾ ਪ੍ਰਚਾਰਕ ਹੈ, ਉਹ ਦੁਨੀਆ ਭਰ ਦਾ ਪ੍ਰਚਾਰਕ ਹੈ, ਪੂਰੀ ਕੌਮ ਦਾ ਪ੍ਰਚਾਰਕ ਹੈ, ਇੱਕ ਜਗ੍ਹਾ ਬੱਝਿਆ ਹੋਇਆ ਨਹੀਂ। ਜਿੱਥੇ ਵੀ ਉਸ ਦੀ ਲੋੜ ਹੈ, ਗੁਰੂ ਨਾਨਕ ਦੇ ਸਿੱਖ ਨੂੰ ਚਾਹੀਦਾ ਤੇ ਸੀ ਵੀ ਅਸੀਂ ਸਾਰੇ ਪ੍ਰਚਾਰਕ ਹੁੰਦੇ। ਪਰ ਦੁੱਖ ਦੀ ਗੱਲ ਹੈ, ਸਾਡੇ ਚੋਂ ਬਹੁਤੇ ਨੂੰ ਇੰਨਾ ਵੀ ਨਹੀਂ ਪਤਾ ਵੀ ਗੁਰੂ ਹਰਿ ਮਹਾਰਾਜ ਸਿੱਖਾਂ ਦੇ ਕਿੰਨਵੇਂ ਗੁਰੂ ਨੇ। ਅਸੀਂ ਗੱਲ ਕਰਦੇ ਹਾਂ, ਥੱਲੇ ਵੀ ਗੱਲ ਹੋ ਰਹੀ ਸੀ, ਪ੍ਰਚਾਰ ਨਹੀਂ ਹੁੰਦਾ। ਜਦੋਂ ਪ੍ਰਚਾਰ ਹੁੰਦਾ ਅਸੀਂ ਸੁਣਦੇ ਕਿੰਨਾ ਕੁ, ਅਸੀਂ ਤੇ ਲੰਗਰ ਹਾਲ 'ਚ ਬੈਠੇ ਹੁੰਦੇ ਹਾਂ, ਫਿਰ ਪ੍ਰਚਾਰ ਕੰਧਾਂ ਨੂੰ ਸੁਣਾਉਣਾ ਹੈ। ਗੁਰੂ ਪਿਆਰੀ ਸਾਧ ਸੰਗਤ, ਚਾਹੀਦਾ ਇਹ ਹੈ ਕਿ ਅੱਜ ਦੇ ਦਿਨ ਬੇਨਤੀ ਕਰਾਂ, ਸਾਡੇ ਘਰਾਂ ਵਿੱਚ ਨੈੱਟ ਨੇ, ਇੰਟਰਨੈਟ ਹੈ। ਗੁਰੂ ਹਰਿ ਸਾਹਿਬ ਮਹਾਰਾਜ ਲਿਖੋ, ਵਿਕੀਪੀਡੀਆ ਤੇ ਹੋਰ ਬੜੀਆਂ ਸਿੱਖ ਸਾਈਟਸ ਨੇ, ਸਤਿਗੁਰੂ ਜੀ ਦੀ ਬਰੀਫ ਜਿਹੜੀ ਲਾਈਫ ਹੈ ਉਹ ਕੱਢ ਕੇ ਆਪਣੇ ਬੱਚਿਆਂ ਨੂੰ ਦਿਓ। ਬੇਟਾ, ਇਹ ਹਫ਼ਤਾ ਅਸੀਂ ਗੁਰੂ ਹਰਿ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਇਹ ਗੁਰੂ ਹਰਿ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਨੇ, ਤੁਹਾਡੇ ਤੇ ਵੀ ਬਖਸ਼ਿਸ਼ ਹੋਵੇ। ਸਾਹਿਬ ਸਤਿਗੁਰੂ ਸਾਡੇ ਤੇ ਬਖਸ਼ਿਸ਼ ਕਰਨ। ਮੈਂ ਕਹਿੰਦਾ ਬਾਗਾਂ ਦਾ ਸ਼ਹਿਰ ਬਣਾ ਦਿੱਤਾ। ਅੱਜ ਦੁਨੀਆ ਭਰ ਵਿੱਚ ਜਿੱਥੇ ਵੀ ਸਿੱਖ ਬੈਠਾ ਹੋਇਆ, ਆਇਆ ਤਾਂ ਲੰਘ ਗਿਆ। ਆਉਂਦੇ ਗੁਰਪੁਰਬ ਨੂੰ ਇੱਕ ਕੰਮ ਕਰੀਏ, ਗਵਰਨਮੈਂਟ ਨੂੰ ਲਿਖ ਕੇ ਦਈਏ ਕਿ ਸਾਨੂੰ ਕੋਈ ਐਸੀ ਜਗ੍ਹਾ ਪ੍ਰੋਵਾਈਡ ਕਰਾਓ ਜਿੱਥੇ ਅਸੀਂ ਰੁੱਖ ਲਾ ਸਕੀਏ, ਜਿੱਥੇ ਅਸੀਂ ਬੂਟੇ ਲਾ ਸਕੀਏ। ਉਹ ਜਗ੍ਹਾ ਦਾ ਨਾਮ ਗੁਰੂ ਹਰਿ ਸਾਹਿਬ ਜੀ ਨੂੰ ਸਮਰਪਿਤ ਹੋਵੇ। ਗੁਰੂ ਹਰਿ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਅਸੀਂ ਗ੍ਰੀਨ ਡੇ ਦੇ ਨਾਮ ਨਾਲ ਬਣਾਈਏ ਕਿ ਸਾਡੇ ਸਤਿਗੁਰੂ ਜੀ ਨੇ 52 ਬਾਗ ਲਵਾਏ ਸਨ, ਘੱਟ ਤੋਂ ਘੱਟ ਇੱਕ ਰੁੱਖ ਤੇ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਮਰਪਿਤ ਕਰਕੇ ਲਾਵਾਂ। ਅੱਜ ਇਹ ਲੋੜ ਹੈ, ਅੱਜ ਉਡੀਕਦਾ ਹੈ ਸੰਸਾਰ ਕੇ ਸਤਿਗੁਰਾਂ ਨੇ ਕੀ ਕੀਤਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਪੁਰਬ ਆਵੇ, ਉਸ ਪ੍ਰਕਾਸ਼ ਪੁਰਬ ਨੂੰ ਪੂਰਾ ਮਹੀਨਾ ਅਸੀਂ ਬੱਚਿਆਂ ਦੇ ਦਿਨ ਦੇ ਰੂਪ ਵਿੱਚ ਮਨਾਈਏ। ਬੱਚਿਆਂ ਦੀਆਂ ਖੇਡਾਂ ਹੋਣ, ਬੱਚਿਆਂ ਦੇ ਆਰਟੀਕਲ, ਡਰਾਇੰਗ, ਕਵਿਤਾ ਦੇ, ਕੀਰਤਨ ਦੇ, ਲੈਕਚਰ ਦੇ ਮੁਕਾਬਲੇ ਹੋਣ, ਪੂਰਾ ਮਹੀਨਾ ਚੱਲਣ। ਹਿੰਦੁਸਤਾਨ ਵਿੱਚ ਨਹਿਰੂ ਦਾ ਦਿਨ ਜਿਹੜਾ ਨਾ ਬੱਚਿਆਂ ਦੇ ਡੇ ਵਜੋਂ ਮਨਾਇਆ ਜਾਂਦਾ ਹੈ, ਤੇ ਸਾਰਾ ਹਿੰਦੁਸਤਾਨ ਕਹਿੰਦਾ ਚਾਚਾ ਨਹਿਰੂ। ਪਰ ਜਦੋਂ ਮੈਂ ਦੇਖਦਾ ਬਾਲ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ 5 ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਬੈਠਦੇ ਨੇ, ਤੇ ਤਕਰੀਬਨ 6.5 ਸਾਲ ਦੀ ਉਮਰ ਵਿੱਚ ਦਿੱਲੀ ਦੇ ਲੋਕਾਂ ਦਾ ਦੁੱਖ ਦੂਰ ਕਰਦੇ ਨੇ, ਤੇ ਪੂਰੀ ਦਿੱਲੀ ਅੱਜ ਵੀ ਗੂੰਜ ਕੇ ਇਹ ਗੱਲ ਕਹਿੰਦੀ ਹੈ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਉਹ ਸਤਿਗੁਰੂ ਜੀ ਦਾ ਪ੍ਰਕਾਸ਼ ਪੁਰਬ ਬਾਲ ਦਿਵਸ ਦੇ ਰੂਪ ਵਿੱਚ, ਸਿੱਖ ਬੱਚਿਆਂ ਦੇ ਰੂਪ ਵਿੱਚ ਮਨਾਇਆ ਜਾਣਾ ਚਾਹੀਦਾ ਹੈ। ਮੈਂ ਬੇਨਤੀ ਕਰਾਂ ਸੰਗਤ, ਇਹ ਕੀਰਤਪੁਰ ਸ਼ਹਿਰ ਹੈ ਜਿੱਥੇ ਬਾਗ ਬਗੀਚੇ ਹਰ ਪਾਸਿਓਂ ਜਿਹੜੇ ਸਨ ਉਹ ਤਰੱਕੀ ਵਿੱਚ ਸਨ। ਇੱਕ ਚਿੜੀਆ ਘਰ ਸੀ ਗੁਰੂ ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਦਾ, ਜਿਹੜਾ ਜਾਨਵਰ ਪੂਰੇ ਹਿੰਦੁਸਤਾਨ ਵਿੱਚ ਨਹੀਂ ਸੀ ਮਿਲਦਾ, ਉਹ ਸਤਿਗੁਰੂ ਦੇ ਚਿੜੀਆ ਘਰ ਵਿੱਚ ਮਿਲਦਾ ਸੀ। ਉਹਨਾਂ ਦੀ ਰਾਖੀ ਕੀਤੀ ਜਾਂਦੀ ਸੀ, ਲੋਕ ਦੇਖਦੇ ਸਨ ਆਣ ਕੇ। ਅੱਜ ਦੇਖੋ ਵਰਲਡ ਵਾਈਡ ਟਾਈਗਰ ਤੇ ਹੋਰ ਜਿਹੜੀ ਵਾਈਟ ਕੈਟ ਹੈ, ਇਹੋ ਜਿਹੇ ਜਾਨਵਰ ਬਿਲਕੁਲ ਖਤਮ ਹੋਣ ਦੇ ਕੰਢੇ ਨੇ। ਕਿਉਂ ਨਹੀਂ ਸਿੱਖ ਐਸਾ ਪ੍ਰਬੰਧ ਕਰਦੇ ਕਿ ਸਾਡਾ ਇੱਕ ਆਪਣਾ ਜੂ ਹੋਵੇ। ਹਰ ਸ਼ਹਿਰ ਦੇ ਵਿੱਚ ਜਿਹੜੇ ਜਾਨਵਰ ਦੁਨੀਆ ਭਰ ਵਿੱਚੋਂ ਖਤਮ ਹੋਏ ਨੇ, ਉਹਨਾਂ ਦੀ ਸੰਭਾਲ ਵਾਸਤੇ ਸਿੱਖ ਕੋਈ ਉਪਰਾਲਾ ਕਰਨ। ਤੀਸਰੀ ਗੱਲ, ਕੀਰਤਪੁਰ ਸਾਹਿਬ ਭਾਵੇਂ ਅੱਜ ਅਣਗੌਲਿਆ ਸ਼ਹਿਰ ਹੈ, ਮੈਂ ਹੈਰਾਨ ਹੋ ਗਿਆ। ਅਸੀਂ 2001 ਦੇ ਵਿੱਚ ਨਾ ਇੱਕ ਆਲਟਰਨੇਟਿਵ ਮੈਡੀਸਨ ਦਾ ਕੈਂਪ ਲੱਗਾ ਅਨੰਦਪੁਰ ਸਾਹਿਬ ਦੇ ਵਿੱਚ, ਤੇ ਮੈਨੂੰ ਸ਼ਹਿਡਾ ਸਾਹਿਬ ਗੁਰਦੁਆਰੇ ਸੱਦਾ ਆਇਆ ਕਿ ਤੁਸੀਂ ਵੀ ਆਉਣਾ ਹੈ, ਕਿ ਇਕੱਲਾ ਗਿਆਨੀਆਂ ਦਾ ਕੰਮ ਕੜਾਹ ਪ੍ਰਸ਼ਾਦ ਵਰਤਾਉਣਾ ਨਹੀਂ, ਗਿਆਨੀਆਂ ਨੂੰ ਨੌਲੇਜ ਵੀ ਹੋਵੇ ਵੀ ਅਨੰਦਪੁਰ ਸਾਹਿਬ ਸ਼ਹਿਰ ਕਿੱਡਾ ਵੱਡਾ ਹੈ, ਅਨੰਦਪੁਰ ਤੇ ਬਖਸ਼ਿਸ਼ਾਂ ਕਿੰਨੀਆਂ ਨੇ, ਤੇ ਦੁਨੀਆ ਕਿੰਨੀ ਤਰੱਕੀ ਕਰਦੀ ਹੈ। ਉੱਥੇ ਗੁਰੂ ਪਿਆਰੀ ਸਾਹਿਬ ਸਿੰਘ ਚਾਈਨਾ ਤੋਂ ਇੱਕ ਡਾਕਟਰਾਂ ਦਾ ਗਰੁੱਪ ਆਇਆ, ਇੱਕ ਜਾਪਾਨ ਤੋਂ ਆਇਆ ਸੀ, ਤੇ ਉਹ ਪਹਾੜੀਆਂ ਵਿੱਚ ਨਿਕਲ ਗਏ ਘੁੰਮਣ ਵਾਸਤੇ, ਬੂਟੀਆਂ ਦੀ ਖੋਜ ਕਰਦੇ ਸਨ। ਤੇ ਸ਼ਾਮ ਨੂੰ ਜਦੋਂ ਲੈਕਚਰ ਸੀ ਨਾ, ਉਹਨਾਂ ਨੇ ਦੱਸਿਆ ਅਨੰਦਪੁਰ ਦੀਆਂ ਪਹਾੜੀਆਂ ਵਿੱਚੋਂ ਅਸੀਂ ਐਸੀਆਂ ਬੂਟੀਆਂ ਲੱਭੀਆਂ ਨੇ ਕਿ ਅੱਜ ਦੀ ਮੈਡੀਕਲ ਸਾਇੰਸ ਓਨੀ ਛੇਤੀ ਜ਼ਖਮ ਨੂੰ ਠੀਕ ਨਹੀਂ ਕਰਦੀ ਜਿੰਨੀ ਛੇਤੀ ਇਹ ਬੂਟੀਆਂ ਠੀਕ ਕਰਦੀਆਂ ਨੇ। ਉਚਾਰਨ ਕਰਿਓ ਸਤਨਾਮ, ਉੱਚੀ ਬੋਲਿਓ ਜੀ ਸਤਨਾਮ। ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਸੀ।
जिस कुदरत नूं असीं खत्म कर रहे हैं, वो बड़े हैरान होए ते फिर खोज करदियां करदियां उन्होंने कई तरह दी बूटियां का जिक्र किया है, जिन्हों असीं पेन किलर कहने हाँ। वो भी सतगुरु जी ने, क्योंकि जंगां लड़ाइयां सन, हर तरह की मैडिसिन जिहड़ी उत्थे लवाई सी, पर सिखां ने खोज करनी छड्ड दित्ती। जदों गुरु हरिसाहिब महाराज सच्चे पातशाह जी का पावन जीवन देखते हैं संगत, तो कीरतपुर साहिब विखे उस समय, जे मैं इन्नी गल कहां कि पूरी दुनिया के वधिया हस्पताल विचों एक हस्पताल सी, दवाखाना सी, ते अत कथनी नहीं होवेगी। पहाड़ी इलाके सन, लोग गरीब सन, सतगुरु का दवाखाना सी जिथे बिल्कुल फ्री दवाई दी जाती है, जिथे दुआ की जाती है रब जी के चरणों में, जिथे ये गल कही जाती है सर्व रोग का औखद नाम, कल्याण रूप मंगल गुणगाम, ते उत्थे नाल ही फिर ये गल कही जाती है वैदा संदा संग इकट्ठा होया, औखद आए रास विच आप खलोया। पूरे हिंदुस्तान विचों वधिया डॉक्टर, वधिया वैद गुरु हरिसाहिब महाराज ने बुला के उस दवाखाने में रखे। कितनी कमाल की गल है कि हिंदुस्तान का बादशाह शाहजहां, उसका पुत्र दारा, दूसरा औरंगजेब है। औरंगजेब ने अपने भरा नूं खत्म करने वास्ते शेर की मुछ का वाल दे दिता है, जिहड़ा अंदर ही अंदर वेन्स नूं चीरदा होया मनुख नूं खत्म कर दिंदा है। वैद इकट्ठे होए, बड़ा इलाज किया, जो किसी पासे गल ना गई, वो कहते हैं एक खास तरह की हरड़, एक खास वजन का लौंग ते गज मोती चाहिए है। जे ये किते मिल जाए, यदि दवाई तैयार करके दारा नूं दित्ती जाए, शहजादे नूं दित्ती जाए, तो वह बच सकता है। हुण मैं देखदा हाँ, सिखां नूं माण करना चाहिए है, जिहड़ी दवाई हिंदुस्तान के किसी दवाखाने विचों नहीं मिली, काबल भी बंदे भेजे होणगे, ईरान इराक भी भेजे होणगे, लंका विच भी भेजे होणगे, जिहड़ी दवाई कितों नहीं मिली, शाहजहां के दरबार विच गल चली, जे दवाई कितों नहीं मिली, वो दवाई गुरु हरिसाहिब जी के दवाखाने विचों मिलेगी। उच्चारण करियो सतनाम। इतिहास नूं एक पक्ष तो ना देखो, जो खोज करोगे तो तुहानूं इहो जिहियां दातां मिलणगीਆਂ, तुसीं माण करके कहोगे सब ते वड्डा सतगुरु नानक जिन कल राखी में। हुण दरबार विच गल चलदी है शाहजहां दे, कि मेरे बाप दादे ते गुरु नानक दे घर नूं खत्म करते रहे ने। शाहजहां ने गुरु हरगोबिंद साहिब महाराज नाल 4 जंगां लड़ियां ने, चारां विच हारिया है। वो कहता असीं तां गुरु घर नूं खत्म करने की कोशिश करते रहे, तो की वो गुरु सानूं दवाई दे के तोरेगा? ये गुरु नानक दे सिख का सुभाव, गुरु नानक दे घर का सुभाव है। उत्थे फिर एक उत्थे उहदा एक वजीर सी, जिहड़ा गुरु नानक जी के सिख सिद्धांतां तो जाणू सी। वो उठ के कह लगा बादशाह, तू भावें लख वारी गुरु नानक के घर नाल वैर रख, एक गुरु नानक का घर ऐसा है जिहड़ा किसी नाल वैर नहीं रखता। हाँ, जो कोई चढ़ के आवे तो उसका जवाब देना वैर नहीं है, पर उतरा देखो इतिहास की खोज करदे पता लगता है, जिस जहांगीर ने धन गुरु अर्जन देव महाराज जी नूं तत्ती तवी ते बिठा के तसीहे दे के शहीद किया यासाबा सियासत के अधीन, वो जहांगीर जो गुरु हरगोबिंद साहिब महाराज वेले माफी मंगण वास्ते आउंदा है, सचखंड श्री हरमंदर साहिब वो अपनी देग कराउंदा है ते उत्थे माफी मंगता है, मैं जो किया गलत किया है। माता गंगा जी के चरणों में शीश रख के माफी मंगता। इतिहास कहता है, ते माता जी कह लगे मैं कौन होनी है बख्शण वाली, तेनों परमेश्वर बख्शेगा। गल जाणियो गुरु हरगोबिंद साहिब महाराज के कोल जहांगीर आया तो कोई वैर रहा ही नहीं। गुरबाणी कहती है सतगुर पुरख निर्वैर है, जिसनों समझ सब कोय, ते ख्याल करके जाना संगत, जे गुरु निर्वैर है तो जिहड़ा सिख गुरु की बख्शिश लैंदा उहदा भी किसी नाल कोई वैर नहीं रह जाता। जे वाहिगुरू निर्वैर है, जे सतगुरु निर्वैर है, तो महाराज कहते जिहदे सतगुरु की बख्शिश हो जाए वह मनुख भी निर्वैर हो जाता है। गुरु अर्जन देव महाराज का पावन शब्द है, बिसर गई सब तात पराई, जब ते साध संगत मोहे पाई। साध संगत का मतलब गुरु संगत। ना को बैरी नहीं बेगाना, सगल संग हमको बने आई। गुरु हरिसाहिब महाराज जी वाल सुनेहा भेजिया, अपना बंदियां नूं भेजिया शाहजहां ने। सतगुरु जी ने जिथे दवाई दी उत्थे अरदास भी की कि निरंकार जी तंदुरुस्ती बख्शो। दारा ठीक होया। सतगुरु जी के नित करनी सी अमृत वेले उठ के इशनान करना, सिमरन विच बैठना, अपना नेम करना,
ਤੇ ਆਸਾ ਦੀ ਵਾਰ ਗੁਰੂ ਦਰਬਾਰ ਵਿੱਚ ਸ਼ੁਰੂ ਹੁੰਦੀ ਸੀ। ਅੱਜ ਗੁਰੂ ਪਿਆਰੀ ਸਾਹਿਬ ਸੰਗਤ ਸਮਾਂ ਪਾ ਕੇ ਮਰਿਆਦਾ ਬਦਲਦੀ ਜਾ ਰਹੀ ਹੈ, ਪਰ ਜਿਹੜੀ ਸਿੱਖ ਦੀ ਨਿਤ ਕਰਨੀ ਵਿੱਚ, ਉਹਦੀ ਪਰਸਨਲ ਲਾਈਫ ਵਿੱਚ ਉਹਦਾ ਨਿਤਨੇਮ ਹੈ। ਨਿਤਨੇਮ ਗੁਰਦੁਆਰਾ ਸਾਹਿਬ ਨਹੀਂ ਸੀ ਹੁੰਦਾ, ਸਿੱਖ ਘਰੋਂ ਨਿਤਨੇਮ ਕਰਕੇ ਆਉਂਦਾ ਹੈ। ਗੁਰਦੁਆਰਾ ਸਾਹਿਬ ਵਿਖੇ ਆਸਾ ਕੀ ਵਾਰ ਦੇ ਕੀਰਤਨ, ਅੰਮ੍ਰਿਤ ਵੇਲੇ ਗੁਰੂ ਸ਼ਬਦ ਦੀ ਕਥਾ ਵਿਚਾਰ ਹੁੰਦੀ ਹੈ। ਕਈ ਵਾਰੀ ਐਸਾ ਹੁੰਦਾ ਹੈ ਕਿ ਨਿਤਨੇਮ ਚੱਲ ਰਿਹਾ, ਆਸਾ ਕੀ ਵਾਰ ਚੱਲ ਰਹੀ ਹੁੰਦੀ ਹੈ, ਜਾਂ ਐਤਵਾਰ ਵੀ ਦੀਵਾਨ 'ਚ ਦੇਖਦੇ ਹਾਂ ਅਸੀਂ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਨਿਤਨੇਮ ਕਰਦੇ ਹਾਂ। ਇਹ ਸਹੀ ਨਹੀਂ। ਨਿਤਨੇਮ ਸਾਨੂੰ ਆਪਣੇ ਘਰ ਹੀ ਕਰਨਾ ਚਾਹੀਦਾ ਹੈ। ਸੰਗਤ ਵਿੱਚ ਗੁਰੂ ਸਾਹਿਬ ਕਹਿੰਦੇ 3 ਗੱਲਾਂ ਹੁੰਦੀਆਂ ਨੇ। ਇੱਕ ਗੁਰਬਾਣੀ ਦਾ ਪਾਠ ਹੋ ਸਕਦਾ ਹੈ, ਇੱਕ ਗੁਰਬਾਣੀ ਦਾ ਕੀਰਤਨ ਹੋ ਸਕਦਾ ਹੈ, ਤੇ ਤੀਸਰੀ ਗੱਲ ਗੁਰਬਾਣੀ ਦੀ ਕਥਾ ਹੋ ਸਕਦੀ ਹੈ। ਇਸ ਕਰਕੇ ਦੀਵਾਨ ਇੰਨਾ ਕੁ ਹੋਵੇ ਕਿ ਸੰਗਤ 2-2.5 ਘੰਟੇ ਬੈਠ ਸਕੇ। ਆਸਾ ਦੀ ਵਾਰ ਦੇ ਨਾਲ ਹੁਕਮਨਾਮਾ ਹੋਵੇ ਜਾਂ ਲੜੀਵਾਰ ਕਥਾ ਹੋਵੇ, ਇਹ ਸਿੱਖ ਦੀ ਨਿਤ ਕਰਨੀ ਵਿੱਚ ਸ਼ਾਮਿਲ ਹੈ ਕਿ ਉਸਨੇ ਰੋਜ਼ਾਨਾ ਗੁਰਦੁਆਰਾ ਸਾਹਿਬ ਆਉਣਾ ਹੈ, ਰੋਜ਼ਾਨਾ ਸਤਿਗੁਰੂ ਦੇ ਦਰਸ਼ਨ ਕਰਕੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਿਉਂਕਿ ਹੌਲੀ ਹੌਲੀ ਅਸੀਂ ਹਫ਼ਤਾਵਾਰੀ ਸਿੱਖ ਹੋ ਗਏ, ਕਈ ਅਸੀਂ ਮਹੀਨਾਵਾਰੀ ਸਿੱਖ ਹੋ ਗਏ ਹਾਂ, ਪਰ ਨੇਮ ਮਰਿਆਦਾ ਇਹ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਸਿੱਖ ਭਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਵਾਉਂਦਾ, ਗੁਰੂ ਕਾ ਸਿੱਖ ਰੋਜ਼ ਇਸ਼ਨਾਨ ਕਰਦਾ ਹੈ, ਗੁਰ ਕੈ ਬਚਨ ਉਚਾਰ ਕੈ ਧਰਮਸਾਲ ਦੀ ਸੁਰਤ ਕਰਾਂਦਾ। ਗੁਰੂ ਦੇ ਬਚਨ ਉਚਾਰਨੇ ਭਾਵ ਸਿਮਰਨ ਕਰਨਾ, ਸਿਮਰਨ ਤੋਂ ਬਾਅਦ ਨਿਤਨੇਮ ਕਰਨਾ, ਤੇ ਫਿਰ ਧਰਮਸਾਲ ਦੀ ਸੁਰਤ ਕਰਾਂਦਾ ਵੀ ਮੈਂ ਹੁਣ ਗੁਰਦੁਆਰਾ ਸਾਹਿਬ ਜਾਣਾ, ਸਮਾਂ ਹੋ ਗਿਆ। ਫਿਰ ਕਹਿੰਦੇ ਗੁਰਦੁਆਰੇ ਆਣ ਕੇ ਕੀ ਕਰਦਾ ਹੈ? ਲੜਾਈ ਝਗੜੇ ਕਰਦਾ ਹੈ, ਈਰਖਾਬਾਜ਼ੀਆਂ ਕਰਦਾ ਹੈ, ਦੁਆਇਤ ਕਰਦਾ ਹੈ। ਇੱਥੇ ਤੱਕ ਮੋਸਟਲੀ ਅਸੀਂ ਗੁਰਦੁਆਰੇ ਨੂੰ ਅਖਾੜੇ ਬਣਾ ਛੜਿਆ ਪੂਰੀ ਦੁਨੀਆ ਦੇ ਵਿੱਚ। ਜੇ ਘਰ ਦੀ ਲੜਾਈ ਹੋਈ ਤਾਂ ਗੁਰਦੁਆਰੇ ਜਾ ਕੇ ਲੜ ਲਵਾਂਗੇ, ਲੜਾਈ ਦਾ ਭੁੱਸ ਤੇ ਪੂਰਾ ਕਰਨਾ ਹੀ ਹੈ ਨਾ। ਮੈਨੂੰ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਦੀ 2 ਤੁਕਾਂ ਚੇਤੇ ਆਈਆਂ। ਉਹਨਾਂ ਦੀ ਇੱਕ ਬੁੱਕ ਹੈ ਸੰਸਾਰ ਭਰ ਦੇ ਗੁਰਦੁਆਰਿਆਂ ਦੇ ਪ੍ਰਬੰਧ ਤੇ ਪ੍ਰਚਾਰਕ ਸ਼੍ਰੇਣੀ। ਉਹਦੇ ਵਿੱਚ ਉਹ ਪੁਸਤਕ ਹੈ ਪੜ੍ਹਨ ਵਾਲੇ ਸਾਰਿਆਂ ਦੇ, ਪ੍ਰਬੰਧਕ ਵੀਰ ਵੀ ਪੜ੍ਹਨ ਤੇ ਪ੍ਰਚਾਰਕ ਵੀਰ ਵੀ ਪੜ੍ਹਨ, ਸਾਰੇ ਪੜ੍ਹੀਏ ਤਾਂ ਕਿ ਅਸੀਂ ਚੰਗੇ ਜੀਵਨ ਵਾਲੇ ਬਣ ਸਕੀਏ। ਉਹ ਕਹਿੰਦੇ ਗੱਲ ਕੀ ਹੈ, ਹਰ ਬੰਦਾ ਸੋਚਦਾ ਕਿ ਮੈਂ ਦੁਨੀਆ ਵਿੱਚ ਰਾਜ ਕਰਾਂ। ਜੇ ਨਹੀਂ ਦੁਨੀਆ 'ਚ ਹੁੰਦਾ ਤਾਂ ਕਹਿੰਦਾ ਆਪਣੇ ਦੇਸ਼ 'ਤੇ ਰਾਜ ਕਰ ਲਵਾਂ। ਜਦੋਂ ਦੇਸ਼ 'ਤੇ ਵੀ ਨਹੀਂ ਹੁੰਦਾ ਕਹਿੰਦਾ ਆਪਣੇ ਸ਼ਹਿਰ 'ਤੇ ਰਾਜ ਕਰ ਲਵਾਂ। ਜਦੋਂ ਸ਼ਹਿਰ 'ਤੇ ਵੀ ਰਾਜ ਨਹੀਂ ਹੁੰਦਾ ਫਿਰ ਸੋਚਦਾ ਵੀ ਆਪਣੇ ਘਰ 'ਤੇ ਰਾਜ ਕਰ ਲਵਾਂ। ਜਦੋਂ ਘਰ ਦੇ ਵੀ ਨਹੀਂ ਸਹਿੰਦੇ, ਘਰ ਦੇ ਵੀ ਕਹਿੰਦੇ ਵੀ ਚੱਲ ਵੀ ਤੇਰੀ ਲੋੜ ਨਹੀਂ, ਫਿਰ ਉਹ ਗੁਰਦੁਆਰਾ ਸਾਹਿਬ ਆਣ ਕੇ ਤੇ ਗਿਆਨੀ 'ਤੇ ਰਾਜ ਕਰਦਾ ਹੈ, ਭਾਈਆਂ 'ਤੇ ਰਾਜ ਕਰਦਾ ਹੈ। ਸਹੀ ਇਸ ਤਰ੍ਹਾਂ ਹੀ ਲਿਖਿਆ। ਮੈਂ ਬੇਨਤੀ ਕਰਨਾ ਸੰਗਤ, ਖਿਮਾ ਕਰਕੇ ਕਹਿ ਦੇਣਾ, ਤੁਹਾਡੇ ਵਿੱਚੋਂ ਸੰਗਤ ਵਿੱਚੋਂ ਸ਼ਾਇਦ ਕੋਈ ਹੋਵੇ, ਪਰ ਤੁਹਾਡੇ 'ਚੋਂ ਕੋਈ ਵੀ ਨਹੀਂ ਚਾਹੁੰਦਾ ਕਿ ਸਾਡਾ ਬੱਚਾ ਪ੍ਰਚਾਰਕ ਬਣੇ ਜਾਂ ਗੁਰਦੁਆਰਾ ਸਾਹਿਬ ਦਾ ਗਿਆਨੀ ਬਣੇ। ਪਤਾ ਕਿਉਂ? ਕਦੀ ਇਸ ਸਵਾਲ ਦਾ ਜਵਾਬ ਲੱਭਿਆ? ਅਸੀਂ ਇੰਨੀ ਗੱਲ ਹਰ ਜਗ੍ਹਾ ਕਹਿ ਦਿੰਦੇ ਹਾਂ ਵੀ ਸਿੱਖਾਂ ਦੇ ਪੜ੍ਹੇ ਲਿਖੇ ਪ੍ਰਚਾਰਕ ਨੇ ਜੀ, ਪ੍ਰਚਾਰ ਨਹੀਂ ਹੁੰਦਾ ਜੀ, ਇਹ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਕਿਉਂਕਿ ਪ੍ਰਚਾਰਕ ਨੂੰ ਬਣਦਾ ਹੋਇਆ ਸਨਮਾਨ ਕੌਮ ਨੇ ਕਦੇ ਦਿੱਤਾ ਹੀ ਨਹੀਂ। ਤੁਸੀਂ ਦੇਖ ਲੈਣਾ। ਮੈਂ ਥੱਲੇ ਗੱਲ ਕਰ ਰਿਹਾ ਸੀ ਵੀਰਾਂ ਨਾਲ, ਜਦੋਂ ਮੈਂ ਕਿਸੇ ਚਰਚ ਦੀ ਵਿਜ਼ਿਟ 'ਤੇ ਜਾਂਦਾ, ਉੱਥੇ ਉਹਨਾਂ ਦੇ ਮਲਟੀਫੇਥ ਪ੍ਰੋਗਰਾਮ ਹੁੰਦੇ ਨੇ, ਜਾਂ ਮੈਂ ਹਸਪੀਟਲ ਜਾਂਦਾ, ਉੱਥੇ ਉਹਨਾਂ ਦੇ ਪ੍ਰੋਗਰਾਮ ਹੁੰਦੇ ਨੇ, ਉਹ ਲੋਕ ਇੰਨੀ ਰਿਸਪੈਕਟ ਦਿੰਦੇ ਨੇ, ਪਤਾ ਲੱਗਦਾ ਵੀ ਗਿਆਨੀ ਦੀ ਇੱਜ਼ਤ ਇੰਨੀ ਹੁੰਦੀ ਹੈ। ਪਰ ਅਸੀਂ ਕੀ ਸੋਚਦੇ ਹਾਂ? ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਠੀਕ ਹੈ, ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ, ਪ੍ਰਚਾਰਕਾਂ ਵਿੱਚ ਇਹ ਮੰਨ ਕੇ ਚੱਲਣਾ ਪਵੇਗਾ। ਇੱਕ ਮੰਨ ਕੇ ਅਸੀਂ ਚੱਲਦੇ ਹਾਂ, ਪਰ ਨਾਲ ਨਾਲ ਦੂਸਰੇ ਧੜੇ ਨੂੰ ਤੇ ਦੇਖਣਾ ਪਏਗਾ ਉਹਦੀਆਂ ਕਮੀਆਂ ਕਿੱਥੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਗੁਰੂ ਨਾਨਕ ਦੇ ਘਰ ਦੀ ਗੱਲ ਕਰਦਾ ਨਾ, ਮੈਂ ਨਹੀਂ ਚਾਹੁੰਦਾ ਇੰਨਾ ਮਾਣ ਦਿਓ, ਪਰ ਗੁਰਬਾਣੀ ਕਹਿੰਦੀ ਹੈ ਤੈ ਸਾਹਿਬ ਕੀ ਬਾਤ ਜੋ ਆਖੈ ਕਹੋ ਨਾਨਕ ਕਿਆ ਦੀਜੈ। ਜਿਹੜਾ ਵਾਹਿਗੁਰੂ ਤੇਰੀਆਂ ਗੱਲਾਂ ਕਹਿੰਦਾ ਹੈ, ਜਿਹੜਾ ਗੁਰੂ ਨਾਲ ਜੋੜਦਾ ਹੈ, ਤੈ ਸਾਹਿਬ ਕੀ ਬਾਤ ਜੋ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਵੱਢੈ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਕਹਿ ਲਗੇ ਸਿਰ ਰੱਖਦਿਆਂ ਥੱਲੇ ਉਹਦੇ ਤੇ ਉੱਤੇ ਉਹ ਬਹਿ ਜਾਵੇ ਤੇ ਮੈਂ ਸਿਰ ਤੋਂ ਬਿਨਾਂ ਸੇਵਾ ਕਰਾਂ। ਉਹਦਾ ਭਾਵ ਹੈ ਵੀ ਜਿਹੜਾ ਸਤਿਗੁਰੂ ਤੇਰੀਆਂ ਬਾਤਾਂ ਕਰਦਾ ਹੈ, ਤੇਰੀ ਬਚਨ ਸੁਣਨ ਵਾਸਤੇ ਮੈਂ ਆਪਣੇ ਹੰਕਾਰ ਦਾ ਤਿਆਗ ਕਰ ਦਿਆਂ, ਤੇ ਹੰਕਾਰ ਦਾ ਤਿਆਗ ਕਰਕੇ ਗੁਰੂ ਦੇ ਕਹੇ ਬਚਨਾਂ ਨੂੰ ਮੈਂ ਮਨ ਵਿੱਚ ਵਸਾ ਲਵਾਂ। ਉਚਾਰਨ ਕਰਿਓ ਸਤਿਨਾਮ। ਗੁਰੂ ਹਰਿ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਦਵਾਖਾਨਾ ਦੁਨੀਆ ਵਿੱਚ ਮਸ਼ਹੂਰ ਹੈ। ਅੱਜ ਸਿੱਖਾਂ ਨੂੰ ਚਾਹੀਦਾ ਹੈ ਕਿ ਹਰ ਸ਼ਹਿਰ ਵਿੱਚ ਸਿੱਖਾਂ ਦਾ ਇੱਕ ਮੈਡੀਕਲ ਇੰਸਟੀਚਿਊਟ ਹੋਵੇ, ਉਹ ਹਸਪੀਟਲ ਵੀ ਹੋਵੇ ਤੇ ਰਿਸਰਚ ਸੈਂਟਰ ਵੀ ਹੋਵੇ। ਬਹੁਤ ਪੈਸਾ ਹੈ ਗੁਰਦੁਆਰਿਆਂ ਦੇ ਕੋਲ, ਬਿਨਾਂ ਸ਼ੱਕ ਕੋਈ ਕਮੀ ਨਹੀਂ ਹੈ। ਅੱਜ ਜਿਵੇਂ ਕੈਂਸਰ ਦੀ ਪ੍ਰੋਬਲਮ ਹੈ, ਆਉਣ ਵਾਲੀਆਂ ਬਿਮਾਰੀਆਂ ਨੇ, ਆਉਣ ਵਾਲੀਆਂ ਪੀੜ੍ਹੀਆਂ ਤੁਹਾਡੀਆਂ ਮਾਣ ਨਾਲ ਕਹਿ ਸਕਣ ਕਿ ਇਸ ਸ਼ਹਿਰ ਵਿੱਚ ਸਿੱਖਾਂ ਦਾ ਇੱਕ ਹਸਪਤਾਲ ਹੈ, ਜਿਸ ਹਸਪਤਾਲ ਵਿੱਚ ਫ੍ਰੀ ਇਲਾਜ ਕੀਤਾ ਜਾਂਦਾ ਤੇ ਸਤਿਕਾਰ ਨਾਲ ਇਲਾਜ ਕੀਤਾ ਜਾਂਦਾ।
मैं अज के हालातों का कंपैरिजन करदा गुरु रामदास साहब सच्चे पातशाह जी की नगरी में श्रोमणी गुरुद्वारा प्रबंधक कमेटी वालों चलाया जा रहा हॉस्पिटल है श्री गुरु रामदास, क्योंकि सतगुरु के नाम से हस्पताल है पर उहदियां सेवावां विच किते भी सिक्खी की झलक नहीं मिलती है। उत्थे जे किते चंगा भला सिख चलिया जाए तो सिक्खी तो दूर होंदा है। दूसरे पासे अमृतसर जिले के ब्यासा वाले देहधारी गुरु वालों चलाया जा रहा एक हॉस्पिटल है जिथों के लोगों का विहार एडा वधिया भी दूर दूर के इलाकों तो लोग झूठ बोलते हैं भी मैं पिंड का रहने वाला तो अपना इलाज कराते हैं। अज ठीक असीं जिन्ना मर्जी कही जाइए देहधारी गुरु नाम है डेरेदार है, पर यह गल समझ लैनी जिन्ना चिर गुरुद्वारियां का प्रबंधक ते गुरुद्वारियां का प्रचारक सही नहीं होगा आने वाली पीढ़ियां गुरुद्वारे नहीं बननगियां, गुरुद्वारे खाली होणगे। असीं सिर्फ ते सिर्फ अहुदियां ते अपने 4 टकियां वास्ते रोटी वास्ते सोचते हैं, आने वाली पीढ़ियां वास्ते सोच साडी खत्म हो चुकी है। कि असीं पेरेंट्स हाँ, साडे अंदर सोच नहीं कि साडे बच्चे सिख बनन, कि असीं प्रबंधक हाँ, साडे अंदर सोच नहीं कि बच्चों को वधिया प्रोग्राम दईए, ते की प्रचारक है, प्रचारक सोचदा कि 2 वेले की रोटी लैनी है मैं अपने बच्चों को खोनी, तो ज़्यादा सोच नहीं है। कौन सोचेगा, कौन सोचेगा। गुरु हरिराय साहब महाराज के सपुत्र 5.5 साल के ने गुरु हरकृष्ण साहब महाराज गुरगद्दी ते बैठे ने, इसका मतलब जन्म तो पहलों तो सिक्ख्या का प्रबंध होया धर्म की। बड़ा वधिया भाई साहब मैंने हुणे दस के गए ने, कहते किसी ने गल हो रही थी भाई ना सिक्खी स्वरूप सी अपना ना बच्चे का, तो कह लगे मैं तो सिख हाँ। पूछा भी क्यों सिख हाँ, कहता क्योंकि मैं सिख के घर में पैदा होया इस करके मैं सिख हाँ। बड़े सोहने विचार नाल, क्योंकि गल एक बेनती करा जो धर्म की गल करनी है ना खास तौर पर उत्थे प्यार का सत्कार का ते निमरता का होना जरूरी है। असी अपने विचार बड़े प्यार नाल देने, क्योंकि हाँ तो असीं सारे गुरु दे। वो कह लगे मैनूं एक गल दसो, एक घर दे विच पिता डॉक्टर है माँ डॉक्टर है, वो बच्चा पढ़ाई नहीं करता कि वो डॉक्टर बन जाता है। वो कह लगे नहीं, जिहड़ा बच्चा पढ़ेगा मैडिकल साइंस पढ़ेगा डिग्री करेगा उन्होंने डॉक्टरेट की डिग्री मिलेगी, फिर वो अपने नाल डॉक्टर ला सकता है। साडे विचों किसी का पिता डॉक्टर होवे वकील होवे असी नहीं ला सकते जिन्ना चिर असी वो एजुकेशन नहीं लेंदे। गुरु प्यारे साध संगत बिल्कुल इस तरह सिक्खी की गल है। साडे माँ बाप दादे परदादे सिख ने, सानू माण करना चाहिए है, पर जे असी गुरु की सिक्खी ते नहीं चलते असी कदाचित सिख नहीं हो सकते। सिख रहत मर्यादा में सिख की डेफिनेशन आई है 2-3 लाइनों के विच ये साँभ लैनी। उत्थे शब्द है वो इस्त्री या पुरख जो एक अकाल पुरख 10 गुरु साहिबान की बाणी स्वरूप गुरु ग्रंथ साहिब महाराज को अपना गुरु मानता है, एक अकाल पुरख को मानता है, खंडे बाटे की पाहुल में भरोसा रखता है, वो सिख है। फिर बेनती करते हैं, वो इस्त्री या पुरख एक अकाल पुरख 10 गुरु साहिबान के जोत स्वरूप गुरु ग्रंथ साहिब की बाणी से भरोसा रखता है, खंडे बाटे की पाहुल से निश्चा रखता है, होर किसी धर्म को नहीं मानता, वो सिख है। यह नाल शर्त आ गई होर धर्म को नहीं मानता, होर भरोसिਆਂ ਨੂੰ नहीं मानता है। खंडे बाटे की पाहुल से भरोसा रखने का मतलब है कि वो अपनी तैयारी करता है। भाई हुण जिस तरह विसाखी आ रही है, मैं तैयारी करके गुरु का सिख बनना है, गुरु की धी बनना है, चलो इस बार नहीं अगली विसाखी तक तैयारी कर लवां, मैं नितनेम करा, मैं सहज पाठ करा, मैं गुरबाणी पढ़ा, गुर इतिहास पढ़ा, ताकि गुरमत की दृढ़ता मेरे अंदर आ सके तो हौली हौली मैं गुरु के नेड़े पहुँच सका। गुरु हरिराय साहब महाराज जी का वसाया हुआ नगर कीरतपुर साहब, सतगुरु के हजूर विच राजे महाराजे भी आते हैं। मैं राती एक परसों बचन किया, प्रिंसीपल सतबीर सिंह जी ने जिक्र किया है कि रोम देश का बादशाह उहदा वकील गुरु साहब को आया, उन्हें सवाल जवाब किए ने। वो कहता महाराज दोजख की अग तो कौन बचाएगा, क्योंकि इस्लाम ये गल कहता है मुहम्मद साहब बचाओगे, ईसाईयत ये गल कहती है ईसा जी बचाओगे। वो क्योंकि अध्यात्म खोजी से उन्हें सवाल किया सतगुरु जी को कि दोजख की अग तो कौन बचाएगा। गुरु साहब महाराज ने कहा प्रभु की बंदगी ते चंगे कर्म तेनों दोजख की अग तो बचा सकते हैं, किसी की सिफारिश नाल तू नहीं बचेगा। उच्चारण करियो सतनाम। गुरु ग्रंथ साहब महाराज ने यह मनुख को धर्म दिता।
महाराज कहते सर्व धर्म में श्रेष्ठ धर्म हर को नाम जप निर्मल कर। प्रभु का चिंतन करदे जीवन में चंगे कर्म कर, तू सब तो वधिया धर्मी दुनिया का मनुख होवेगा। फिर किते सिख ने यह सवाल किया, सतगुरु जी कौन सोहना है ते कौन करूप है? क्योंकि हर मनुख दुनिया का सुंदर बनने की कोशिश में है, शरीरक सुंदरता तक दौड़ लगी हुई है। पर सतगुरु जी ने बख्शिश की, कह लगे जिस मनुख के अंदर शांति है, जिस मनुख के अंदर सहज है, जिस मनुख के अंदर पावन गुण ने, वो मनुख शांत है ते सोहना है। जिस मनुख के अंदर ईर्खा है, वैर विरोध है, वो मनुख सोहना है, करूप है। किसी ने सवाल किया, सतगुरु जी मुक्ता कौन है, निर्वाण विच कौन है? सतगुरु कहने लगे जो दुख ते सुख विच सदा प्रभु नूं चेते रखदा है, वो मनुख मुक्ता है। सिखां ने सवाल बहुत सारे किए, सतगुरु जी जवाब देंदे ने रोज। सतगुरु जी ने अपनी प्रचारक फेरी वाल भी ध्यान दिता है। पंजाब के बहुत सारे जिलों में गुरु हरिसाहिब महाराज जी ने जाके संगतां नूं सिੱਖੀ ਦੇ नाल जोड़िया है, प्रभु की बंदगी नाल जोड़िया है। सतगुरु जी के सिखां विच भाई सुथरे शाह जी छोटा जिहा बच्चा सी, गुरु हरगोबिंद साहिब महाराज कश्मीर की धरती तो वापस आ रहे हैं। दीना नगर एक शहर है गुरदासपुर का, उत्थे सतगुरु जी ने पड़ाव किया। एक छोटा जिहा बच्चा किते गंध च लिबड़िया रो रहा सी। महाराज कहते लियाओ चुक के। जो सिखां ने उस बच्चे नूं लिआंदा, लिबड़िया सी मल मूत्र दे नाल, साहब गुरु हरगोबिंद साहिब महाराज ने इशनान कराया ते सिख कह रहे हैं महाराज ये कुथरा है, कुथरा। सतगुरु इशनान करा के अपने रुमाल नाल उहनूं साफ करके कहते हैं ये कुथरा नहीं, ये सुथरा है, सुथरा। उच्चारण करियो सतनाम। साडे अंदर भी औगण भरे हुए ने, असीं भी मैले हाँ, असीं भी माड़े हाँ, पर सतगुरु कह लगे जो गुरु के शब्द नाल जुड़ेगा तेरे जीवन में पवित्रता आवेगी। सतगुर पुरख अमृत सर वडभागी नावे आए, उन जन्म जन्म की मैल उतरै, निर्मल नाम दृढ़ाए। गुरु की शरण में आके गुरु के शब्द नाल जुड़े, फिर की हुंदा कच्चो कंचन भयो शब्द गुरु श्रवणै सुणियो, बिखते अमृत होयो नाम सतगुरु मुख पढ़ियो, लोहो होयो लाल नदर सतगुरु जद धारै, पाहन मानक करै ज्ञान गुर कहियो विचारै, काठो श्रीखंड सतगुरु कियो, दुख दरिद्र तिनके गए, सतगुरु चरण जिन परसिया, से पशु प्रेत सुर नर भये। पशुओं वाली बिरती, प्रेतां वाली बिरती तो गुरमुख बिरती बन जाती है, जिहड़ा अपनी सुरत नूं गुरु के शब्द नाल जोड़दा है। गुरु हरिसाहिब महाराज सच्चे पातशाह जी दे सिखां विच एक भाई फेरू जी का भी जिक्र आउंदा। भाई फेरू शाह जी फेरी करके घिओ आदि वेचते सन, सतगुरु की शरण में आए, सेवा सिमरन में जुड़े, सतगुरु के शब्दों को मन च वसाया ते साहब सतगुरु जी ने प्रचारक बना के ते एक नगर में तोड़ दिता है। ख्याल करना इतिहास बड़ी दूर जाके जुड़ता है। जो गुरु गोबिंद सिंह महाराज ने मसंदां नूं सजावां दित्तियां, जिहड़े मसंद गुरु घर की कार भेटा ते गुरु घर की माया ते ऐश करते सन, गुरु घर की माया ते विचार करते सन, गुरु घर की माया नाल नशे करते सन। सतगुरु गुरु गोबिंद सिंह महाराज ने उन्होंने मसंदां नूं आनंदपुर साहिब सद के तेल के कड़ाहियां विच साड़ के मारिया, सजावां दित्तियां ने। भाई गुरदास जी ने एक जिक्र किया, कह लगे गुरु घर की माया नूं जहर समझी, इहदे नाल तेरा आत्मिक जीवन खत्म हो जाएगा। वो भाई फेरू जी जो गुरु गोबिंद सिंह महाराज ने हुक्म किया ना कि जिहड़ा मसंद लभदा मुश्कां बन के लैके आओ, भाई फेरू जी वो भी मसंद सन। धूनी मिली सी उन्होंने गुरु हरिसाहिब महाराज को, भाई सुखदेव शाह नूं ते इन्हां नूं एक होर सिख सी। ते जो सिख बनन लगे ना मुश्कां, जीवन बड़ा उच्चा सी, कह लगे नहीं भाई फेरू तू इस तरह ही चल, आनंदपुर साहिब जाके तेरे बाहां पिछे बन लवांगे। आनंदपुर भी ना उन्हों का हिया पिया, कह लगे चल तू गुरु दरबार से इस तरह ही चल। ते अपना दाड़ा फड़ के सतगुरु के हजूर आए। जिहड़ा उत्थे लेखाकार बैठा होया सी, वो कह लगा महाराज इन्हां दा एक भी पैसा अज तक आनंदपुर साहिब नहीं आया भाई फेरू का। सतगुरु मुस्कुरा पे अपने तखत तो उतरे, भाई फेरू नूं कलावे च लैके कहंदे ने तेरे लेखे विच नहीं आया, पर भाई फेरू दा जिहड़ी दौलत है मेरे लेखे विच आ गई है। वो कह लगा महाराज किवें? सतगुरु कहंदे जिन्नी संगतां ने कार भेटा दित्ती, भाई फेरू ने सिखां दे भले वास्ते वरती है,
ਸਰਬੱਤ ਦੇ ਭਲੇ ਵਾਸਤੇ ਵਰਤੀ ਹੈ। ਇਸ ਕਰਕੇ ਭਾਈ ਫੇਰੂ ਦੀ ਸੇਵਾ ਮੇਰੇ ਦਰ ਤੇ ਪ੍ਰਵਾਨ ਹੈ। ਮਹਾਰਾਜ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਭਾਈ ਫੇਰੂ ਸੱਚੀ ਦਾੜੀ ਹੈ। ਉਚਾਰਨ ਕਰਿਓ ਸਤਨਾਮ। ਇਹ ਗੁਰੂ ਹਰਿ ਸਾਹਿਬ ਮਹਾਰਾਜ ਵੇਲੇ ਸਿੱਖ ਬਣੇ ਨੇ। ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਦੀ ਸ਼ੋਭਾ ਹਰ ਪਾਸੇ ਫੈਲੀ ਹੈ। 2200 ਘੋੜਸਵਾਰ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਕੁਝ ਕਿਲੇ ਛੋਟੇ ਛੋਟੇ ਬਣਾਏ ਨੇ। ਹਰ ਵੇਲੇ ਤਿਆਰ ਫੌਜ ਰਹਿੰਦੀ ਹੈ। ਸਤਿਗੁਰੂ ਦੇ ਦਰਬਾਰ ਦੀ ਸ਼ਾਨ ਉੱਚੀ ਹੈ। ਔਰੰਗਜ਼ੇਬ ਨੇ ਕਈ ਵਾਰੀ ਸੁਨੇਹਾ ਭੇਜਿਆ ਕਿ ਆਓ ਤੇ ਦਿੱਲੀ ਦਰਸ਼ਨ ਦਿਓ। ਗੁਰੂ ਹਰਿ ਸਾਹਿਬ ਮਹਾਰਾਜ ਕਹਿਣ ਲੱਗੇ, ਬਚਨ ਹੈ ਗੁਰੂ ਹਰਗੋਬਿੰਦ ਸਾਹਿਬ ਦਾ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ। ਇੱਥੇ ਕਹਿੰਦੇ ਨੇ ਦਾਰਾ ਜਿਹੜਾ ਔਰੰਗਜ਼ੇਬ ਦੇ ਨਾਲ ਬਗਾਵਤ ਕਰਕੇ ਭੱਜਿਆ ਸੀ, ਉਹਨੂੰ ਵੀ ਬਖਸ਼ਿਸ਼ ਕੀਤੀ, ਕੁਝ ਦੌਲਤ ਦਿੱਤੀ, ਲੰਗਰ ਪਾਣੀ ਛਕਾਇਆ, ਕਿਉਂਕਿ ਜਿਹੜਾ ਗੁਰੂ ਨਾਨਕ ਦੇ ਘਰ ਵਿੱਚ ਆਉਂਦਾ ਬਖਸ਼ਿਸ਼ ਲੈ ਕੇ ਜਾਂਦਾ ਹੈ। ਜੇ ਕਿਤੇ ਔਰੰਗਜ਼ੇਬ ਵੀ ਭਾਵਨਾ ਨਾਲ ਹੁੰਦਾ ਤੇ ਸ਼ਾਇਦ ਉਹਦੇ ਤੇ ਵੀ ਮਿਹਰ ਹੋ ਜਾਂਦੀ। ਸਾਹਿਬ ਸਤਿਗੁਰੂ ਜੀ ਨੇ ਆਪਣੇ ਸੁਪੁੱਤਰ ਵੱਡੇ ਪੁੱਤਰ ਰਾਮ ਰਾਏ ਜੀ ਨੂੰ ਦਿੱਲੀ ਭੇਜਣ ਦਾ ਫੈਸਲਾ ਲਿਆ ਹੈ। ਰਾਮ ਰਾਏ ਦਿੱਲੀ ਦੇ ਵਿੱਚ, ਕਿਉਂਕਿ ਸੰਖੇਪ ਵਿੱਚ ਬੇਨਤੀ ਕਰਦਾ ਚੱਲਾਂ, ਰਾਮ ਰਾਏ ਬਹੁਤ ਵਿਦਵਾਨ ਸੀ। ਔਰੰਗਜ਼ੇਬ ਦੀ ਹਰ ਗੱਲ ਦਾ ਜਵਾਬ ਬਹੁਤ ਸੋਹਣੇ ਤਰੀਕੇ ਨਾਲ ਦਿੱਤਾ ਹੈ। ਉੱਥੇ ਕਾਜੀ ਵੀ ਬੈਠੇ ਹੋਏ ਸਨ, ਪੰਡਿਤ ਵੀ ਬੈਠੇ ਹੋਏ ਸਨ। ਇੱਕ ਗੱਲ ਆ ਗਈ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ 500 ਮੋਹਰਾ ਰੋਜ਼ ਰਾਮ ਰਾਏ ਨੂੰ ਔਰੰਗਜ਼ੇਬ ਦਿੰਦਾ ਹੈ। ਬਹੁਤ ਸੇਵਾ ਕਰਦਾ, ਦਰਬਾਰ ਦੇ ਵਿੱਚ ਉੱਚੀ ਜਗ੍ਹਾ ਤੇ ਬਿਠਾਇਆ ਹੋਇਆ। ਤੇ ਅੱਜ ਸਵਾਲ ਉੱਠਿਆ, ਇੱਕ ਮੌਲਵੀ ਨੇ ਕਿਹਾ ਜੀ ਸਾਡੇ ਧਰਮ ਦੀ ਬੜੀ ਬੇਇੱਜ਼ਤੀ ਕੀਤੀ ਹੈ ਤੁਹਾਡੇ ਧਰਮ ਨੇ। ਤੁਹਾਡੇ ਵੱਡੇ ਸਤਿਗੁਰਾਂ ਨੇ ਇਹ ਗੱਲ ਕਹੀ, ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ। ਗੱਲ ਸਮਝ ਲੈਣੀ ਸਿਧਾਂਤ ਕੀ ਹੈ। ਇਸਲਾਮ ਕਹਿੰਦਾ ਕਿ ਮੁਰਦੇ ਨੂੰ ਦਫਨਾ ਦਿਓ, ਕਿਆਮਤ ਦਾ ਦਿਨ ਆਵੇਗਾ, ਸਾਰੇ ਮੁਰਦੇ ਉੱਠ ਖਲੋਣਗੇ, ਸਰੀਰ ਉੱਠ ਖਲੋਣਗੇ, ਫਿਰ ਉਹਨਾਂ ਦਾ ਲੇਖਾ ਹੋਵੇਗਾ, ਕੁਝ ਸਵਰਗ ਨੂੰ ਜਾਣਗੇ, ਕੁਝ ਮਾੜੇ ਕਰਮਾਂ ਵਾਲੇ ਨਰਕ ਨੂੰ ਜਾਣਗੇ। ਸਤਿਗੁਰੂ ਜੀ ਨੇ ਸਿਧਾਂਤ ਦਿੱਤਾ। ਮਹਾਰਾਜ ਕਹਿਣ ਲੱਗੇ, ਜਿਸ ਮੁਰਦੇ ਨੂੰ ਤੁਸੀਂ ਦੱਬ ਦਿੱਤਾ, ਕੁਝ ਸਾਲਾਂ ਪਿੱਛੋਂ ਉਹਦਾ ਮੁਰਦੇ ਦਾ ਜਿਹੜਾ ਸਰੀਰ ਹੈ ਉਹ ਮਿੱਟੀ ਦਾ ਰੂਪ ਹੋ ਗਿਆ, ਗਲ ਸੜ ਗਿਆ। ਮੈਂ ਕਈ ਵਾਰੀ ਬੇਨਤੀ ਕੀਤੀ, ਛੋਟੇ ਹੁੰਦੇ ਆ ਨਾ ਕੋਠੇ ਲਿੰਬਣ ਵਾਸਤੇ ਬਾਹਰੋਂ ਥੇ ਤੋਂ ਮਿੱਟੀ ਲੈਣ ਜਾਂਦੇ ਸਾਂ, ਕਿਉਂਕਿ ਚੀਕਣੀ ਮਿੱਟੀ ਹੁੰਦੀ ਸੀ। ਉਹ ਮਿੱਟੀ ਕੱਢਦਿਆਂ ਕਦੇ ਖੋਪਰੀ ਹੱਥ 'ਚ ਆ ਜਾਣੀ, ਕਦੇ ਹੱਡੀਆਂ ਹੱਥ 'ਚ ਆ ਜਾਣੀਆਂ, ਤੇ ਬਜ਼ੁਰਗਾਂ ਨੇ ਕਹਿਣਾ ਇੱਥੇ ਮੁਸਲਮਾਨਾਂ ਨੂੰ ਦੱਬਿਆ ਜਾਂਦਾ ਸੀ। ਹੁਣ ਮਿੱਟੀ ਲੈ ਗਿਆ ਵੀਰ ਘੁਮਿਆਰ, ਉਹਨੇ ਮਿੱਟੀ ਦੇ ਆਵੇ ਭਾਂਡੇ ਬਣਾ ਲਏ, ਇੱਟਾਂ ਬਣਾ ਲਈਆਂ, ਅੱਗ ਦੇ ਵਿੱਚ ਪਾ ਦਿੱਤੀਆਂ, ਉਹ ਅੱਗ ਸੜ ਰਹੀ ਹੈ। ਇਸਲਾਮ ਇਹ ਗੱਲ ਕਹਿੰਦਾ, ਜੇ ਕਿਤੇ ਮੁਸਲਮਾਨ ਨੂੰ ਸਾੜ ਦਿਓ ਨਰਕਾਂ 'ਚ ਜਾਏਗਾ। ਹੁਣ ਸਤਿਗੁਰੂ ਕਹਿਣ ਲੱਗੇ ਮਿੱਟੀ ਤੇ ਉਹਦੀ ਸੜਦੀ ਪਈ ਹੈ, ਉਹ ਤਾਂ ਨਰਕ ਨੂੰ ਜਾਏਗਾ। ਮਾਰੇ ਕਹਿਣ ਲੱਗੇ ਨਹੀਂ, ਤੇਰੀ ਜ਼ਿੰਦਗੀ ਵਿੱਚ ਕੀਤੇ ਹੋਏ ਕਰਮਾਂ ਕਰਕੇ ਤੈਨੂੰ ਪ੍ਰਭੂ ਦੀ ਹਜ਼ੂਰੀ ਤੇ ਦੂਰੀ ਮਿਲਣੀ ਹੈ। ਹੁਣ ਜਦੋਂ ਉੱਥੇ ਇਹ ਗੱਲ ਚੱਲੀ ਮਿੱਟੀ ਮੁਸਲਮਾਨ ਦੀ, ਰਾਮ ਰਾਏ ਸੋਚਦਾ ਵੀ ਜੇ ਮੈਂ ਸਹੀ ਜਵਾਬ ਦਿੱਤਾ ਹੋਏ ਨਾ ਹੋਏ, ਮੁਸਲਮਾਨ ਔਰੰਗਜ਼ੇਬ ਬੜਾ ਕੱਟੜ ਹੈ, ਇਹ ਮੇਰਾ ਸਿਰ ਹੀ ਲਾ ਦੇ, ਮੈਨੂੰ ਖਤਮ ਕਰ ਦੇ, ਕਤਲ ਕਰ ਦੇ। ਨਾਲ ਲਾਲਚ ਵੀ ਆ ਗਿਆ ਵੀ ਜਿਹੜਾ ਰੋਜ਼ ਦੀਆਂ 500 ਸੋਨੇ ਦੀਆਂ ਮੋਹਰਾਂ ਦਿੰਦਾ ਤੇ ਉਹ ਬੰਦ ਨਾ ਕਰ ਦੇ। ਆਪਣੀ ਸਿਆਣਪ ਵਿੱਚ ਗੁਰੂ ਦੀ ਸਿਆਣਪ ਨਹੀਂ ਲਈ। ਮਾਰੇ ਕਹਿੰਦੇ ਗੁਰ ਕੀ ਮੱਤ ਤੋਂ ਲਹੇ ਆਣੇ। ਅਸੀਂ ਖਿਮਾ ਕਰਨਾ ਸੰਗਤ, ਠੀਕ ਹੈ ਗੁਰੂ ਦਾ ਬਚਨ ਨਹੀਂ ਕਮਾ ਸਕਦੇ, ਇੱਕ ਵੱਖਰੀ ਗੱਲ ਹੈ, ਪਰ ਗੁਰੂ ਦੇ ਬਚਨਾਂ ਤੋਂ ਇਨਕਾਰੀ ਨਾ ਹੋਈਏ। ਵੱਖਰੀ ਗੱਲ, ਅਸੀਂ 5 ਕਕਾਰ ਨਹੀਂ ਧਾਰਨ ਕਰ ਸਕਦੇ, ਮੈਂ ਮੰਨ ਸਕਦਾ, ਪਰ ਗੁਰੂ ਦੇ ਬਖਸ਼ੇ 5 ਕਕਾਰਾਂ ਦੀ ਬੇਦਬੀ ਨਾ ਕਰੀਏ। ਵੱਖਰੀ ਗੱਲ ਹੈ ਗੁਰਬਾਣੀ ਨਹੀਂ ਪੜ੍ਹ ਸਕਦੇ, ਪਰ ਗੁਰਬਾਣੀ ਪੜ੍ਹਨ ਵਾਲਿਆਂ ਨੂੰ ਅਸੀਂ ਟੀਚਰਾਂ ਨਾ ਕਰੀਏ। ਇਹ ਗੱਲ ਸਮਝ ਲੈਣੀ ਹੈ, ਗੁਰੂ ਦੀ ਭਾਵਨੀ ਹੈ। ਉੱਥੇ ਕਹਿਣ ਲੱਗਾ ਨਹੀਂ ਜੀ ਤੁਹਾਨੂੰ ਭੁਲੇਖਾ ਲੱਗਾ ਸੁਣ ਚ, ਉੱਥੇ ਲਿਖਿਆ ਮਿੱਟੀ ਬੇਈਮਾਨ ਕੀ। ਗੁਰੂ ਹਰਿ ਸਾਹਿਬ ਮਹਾਰਾਜ ਤੱਕ ਦਿੱਲੀ ਦੀਆਂ ਸੰਗਤਾਂ ਨੇ ਲਿਖ ਕੇ ਭੇਜਿਆ, ਧਾਰਣੇ ਸੰਗਤਾਂ ਜਿਹੜੀਆਂ ਗੁਰਬਾਣੀ ਦਾ ਇੱਕ ਸ਼ਬਦ ਬਦਲਣ ਤੇ ਉਸੇ ਵੇਲੇ ਗੁਰਦੇਵ ਨੂੰ ਕਹਿੰਦੀਆਂ ਮਹਾਰਾਜ ਰਾਮ ਰਾਏ ਨੇ ਇਹ ਕੰਮ ਕੀਤਾ। ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਨੇ ਬਚਨ ਕੀਤਾ, ਕਹਿਣ ਲੱਗੇ ਜਿਹੜਾ ਗੁਰੂ ਨਾਨਕ ਦਾ ਨਹੀਂ ਹੋ ਸਕਿਆ ਉਹ ਸਾਡਾ ਕਿਵੇਂ ਹੋਵੇਗਾ। ਗੁਰੂ ਪਿਆਰੀ ਸਾਧ ਸੰਗਤ ਮਹਾਰਾਜ ਨੇ ਬਚਨ ਕੀਤਾ, ਕਹਿਣ ਲੱਗੇ ਰਾਮ ਰਾਏ ਤੇਰਾ ਅੱਜ ਤੋਂ ਬਾਅਦ ਸਾਡਾ ਕੋਈ ਰਿਸ਼ਤਾ ਨਹੀਂ, ਜਿੱਧਰ ਨੂੰ ਮੂੰਹ ਆਉਂਦਾ ਹੈ ਚਲਿਆ ਜਾਵੀਂ, ਪਰ ਸਾਨੂੰ ਆਪਣਾ ਮੂੰਹ ਨਾ ਦਿਖਾਵੀਂ। ਇੱਕ ਤੁਕ ਬਦਲਣ ਦੀ ਇੰਨੀ ਸਜ਼ਾ ਹੈ। ਅੱਜ ਜਿਹੜੇ ਗੁਰਬਾਣੀ ਨੂੰ ਬਦਲ ਕੇ ਗਾਉਂਦੇ ਨੇ ਉਹਨਾਂ ਦਾ ਕੀ ਹੋਵੇਗਾ। ਜਿਹੜੇ ਗੁਰਬਾਣੀ ਦੀ ਕੋਈ ਤੁਕ ਕਿਤੋਂ ਕੋਈ ਤੋਂ ਕਿਤੋਂ ਲੈ ਕੇ ਜੋ ਧਾਰਨਾ ਹੀ ਪੜ੍ਹੀ ਜਾਂਦੇ ਨੇ ਉਹਨਾਂ ਦਾ ਕੀ ਹੋਵੇਗਾ। ਮੈਨੂੰ ਖਿਮਾ ਕਰਨਾ, ਅਸੀਂ ਤੇ ਭਾਵੇਂ ਉਹਨਾਂ ਨੂੰ ਜੋ ਮਰਜ਼ੀ ਕਬੂਲ ਕਰ ਲਈਏ, ਸਤਿਗੁਰੂ ਦਾ ਸਿਧਾਂਤ ਉਹਨਾਂ ਨੂੰ ਸਿੱਖ ਵੀ ਕਬੂਲ ਨਹੀਂ ਕਰਦਾ ਹੈ। ਗੁਰੂ ਹਰਿ ਸਾਹਿਬ ਮਹਾਰਾਜ ਨੇ ਕਿਹਾ, ਕਹਿਣ ਲੱਗੇ ਨਹੀਂ। ਹੁਣ ਗੱਲ ਚੱਲੀ ਗੁਰਗੱਦੀ ਦੀ। ਗੁਰਦੇਵ ਸਤਿਗੁਰੂ ਉਸ ਸਮੇਂ 34 ਸਾਲ ਦੀ ਉਮਰ ਹੈ, 1634 ਈਸਵੀ। 1630 ਵਿੱਚ ਪ੍ਰਕਾਸ਼ ਹੁੰਦਾ ਗੁਰੂ ਹਰਿ ਸਾਹਿਬ ਮਹਾਰਾਜ ਦਾ। 1634 ਸਮਾਂ ਹੈ। ਗੁਰੂ ਹਰਿ ਸਾਹਿਬ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਗੁਰਗੱਦੀ ਦੀ ਬਖਸ਼ਿਸ਼ ਕਰ ਕੀਰਤਪੁਰ ਸਾਹਿਬ ਦੇ ਸਥਾਨ ਦੇ ਉੱਪਰ
ਗੁਰਗੱਦੀ 5 ਸਾਲ ਦੇ ਬੱਚੇ ਨੂੰ ਮਿਲਦੀ। 5 ਸਾਲ ਦੀ ਉਮਰ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ। ਮੈਂ ਬੇਨਤੀ ਕਰਾਂ, ਦੁਨਿਆਵੀ ਤੌਰ ਤੇ 16 ਸਾਲ ਤੋਂ ਛੋਟੇ ਬੱਚੇ ਨੂੰ ਅੱਜ ਵੀ ਕੋਈ ਅਧਿਕਾਰ ਨਹੀਂ ਹੈ, ਪਰ ਗੁਰੂ ਨਾਨਕ ਦਾ ਘਰ ਹੈ। ਦੁਨਿਆਵੀ ਤੌਰ ਤੇ ਅਸੀਂ 60 ਸਾਲ ਦੇ ਰਿਟਾਇਰ ਹੋ ਜਾਂਦੇ ਹਾਂ, ਕਈ ਦੇਸ਼ਾਂ ਵਿੱਚ 58 ਸਾਲ ਦੇ, ਕਈ ਦੇਸ਼ਾਂ ਵਿੱਚ 60 ਸਾਲ ਦੇ, ਪਰ ਇੱਕ ਗੁਰੂ ਨਾਨਕ ਦਾ ਘਰ ਹੈ। 62 ਸਾਲ ਦੇ ਬਾਬਾ ਅਮਰਦਾਸ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਹੁੰਦੀ ਹੈ। ਜਦੋਂ ਲੋਕੀ ਕਹਿੰਦੇ ਨੇ ਸਤਰਿਆ ਬਤਰਿਆ ਗਿਆ ਹੈ, ਸਤਿਗੁਰੂ ਜੀ ਨੇ ਦੱਸ ਤਾਂ ਕਹਿ ਲਗੇ ਗੁਰਮੁਖ ਬੁੱਢੇ ਕਦੇ ਨਾਹੀ ਜਿਹਨੇ ਅੰਤਰ ਸੁਰਤ ਗਿਆਨ, ਤੇ 5.5 ਸਾਲ ਦੇ ਬੱਚੇ ਨੂੰ ਗੁਰਗੱਦੀ ਦੀ ਬਖਸ਼ਿਸ਼ ਹੁੰਦੀ ਹੈ। ਇਹਦਾ ਮਤਲਬ ਹੈ ਗੁਰੂ ਨੇ ਇੰਨੀ ਤਿਆਰੀ ਕਰ ਦਿੱਤੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਉਹ ਗੁਰੂ ਜੋਤ ਦੇ ਵਾਰਿਸ ਹੋ ਜਾਂਦੇ ਨੇ। ਪ੍ਰਿੰਸੀਪਲ ਗੰਗਾ ਸਿੰਘ ਦੀ ਗੱਲ ਚੇਤੇ ਆਈ, ਕਿਸੇ ਜਗ੍ਹਾ ਤੇ ਬੋਲ ਰਹੇ ਸਨ ਤੇ ਕਿਸੇ ਨੇ ਸਵਾਲ ਕੀਤਾ, ਜੇ ਅਸੀਂ ਬੱਚੇ ਨੂੰ ਸਿੱਖ ਬਣਾਉਣਾ ਹੋਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਤੇ ਉਹਦੀ ਤਿਆਰੀ ਕਦੋਂ ਤੋਂ ਸ਼ੁਰੂ ਕਰੀਏ? ਉਹਨੇ ਜਵਾਬ ਦਿੱਤਾ, ਬੱਚੇ ਦੇ ਜਨਮ ਤੋਂ 20 ਸਾਲ ਪਹਿਲਾਂ। ਸਰਪ੍ਰਾਈਜ਼ ਹੋ ਗਏ ਵੀ 20 ਸਾਲ ਪਹਿਲਾਂ ਉਹ ਕਿਵੇਂ ਤਿਆਰੀ ਕਰ ਸਕਦੇ ਆ। ਉਹ ਕਹਿੰਦੇ ਗੱਲ ਸਮਝ ਨਹੀਂ ਆਈ ਕਿ ਕਿਵੇਂ ਬੱਚੇ ਦੀ ਤਿਆਰੀ ਕਰੀਏ, ਤੁਸੀਂ ਕਹਿੰਦੇ 20 ਸਾਲ ਪਹਿਲਾਂ ਕਿਵੇਂ ਹੋ ਸਕਦੀ ਹੈ? ਕਹਿੰਦਾ ਉਸ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਨੂੰ ਸਿੱਖ ਬਣਾ ਦਿਓ, ਉਸ ਮਾਂ ਦੀ ਕੁੱਖ ਤੋਂ ਜਿਹੜਾ ਬੱਚਾ ਜਨਮ ਲਏਗਾ ਗੁਰੂ ਦਾ ਸਿੱਖ ਹੀ ਹੋਵੇਗਾ। ਤਿਆਰੀ ਸਾਨੂੰ ਕਰਨੀ ਪੈਣੀ ਹੈ। ਮਾਂ ਨੂੰ ਬਾਪ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ, ਬਰਾਬਰ ਜ਼ਿੰਮੇਵਾਰੀ ਹੈ। ਤਿਆਰੀ ਕਰਨੀ ਪਏਗੀ ਇਸ ਵਾਸਤੇ ਕਿ ਦੇਖੋ ਠੀਕ ਆ, ਅਸੀਂ ਦੌਲਤ ਬੜੀ ਕਮਾ ਲਵਾਂਗੇ, ਦੁਨੀਆ ਦੇ ਐਸ਼ੋ ਇਸ਼ਰਤ ਫੈਸ਼ਨ ਬਹੁਤ ਕੁਝ ਕਮਾ ਲਵਾਂਗੇ, ਜੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕੋਲ ਨਹੀਂ ਹੋਵੇਗੀ ਤੇ ਗੁਰੂ ਦੀ ਸਿੱਖੀ ਨਹੀਂ ਹੋਵੇਗੀ। ਉਹ ਦੇਣ ਵਾਸਤੇ ਉਪਰਾਲਾ ਸ਼ੁਰੂ ਕਰਨਾ ਪਏਗਾ ਸੀਰੀਅਸਲੀ। ਮੈਂ ਨਹੀਂ ਕਹਿੰਦਾ ਕਿ ਸਾਰਾ ਸਮਾਂ ਦਿਓ, ਘੱਟ ਤੋਂ ਘੱਟ ਇੱਕ ਦਿਨ ਦਾ ਅੱਧਾ ਘੰਟਾ, ਵੀਕਐਂਡ ਦਾ 1-2 ਘੰਟਾ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਉਪਰਾਲਾ ਸਾਨੂੰ ਪੈਰੈਂਟਸ ਨੂੰ ਆਪ ਕਰਨਾ ਪੈਣਾ। ਇਕੱਲੇ ਪ੍ਰਚਾਰਕ ਦੇ ਸਿਰ ਤੇ ਨਾ ਰਿਓ। ਜੇ ਅਸੀਂ ਆਪਣੇ ਬੱਚਿਆਂ ਵਾਸਤੇ ਵਧੀਆ ਸਕੂਲ, ਵਧੀਆ ਕਲੱਬ, ਵਧੀਆ ਟਿਊਸ਼ਨ ਦਾ ਅਰੇਂਜ ਕਰਦੇ ਹਾਂ ਤੇ ਫਿਰ ਬੱਚਿਆਂ ਨੂੰ ਸਿੱਖੀ ਦੇਣ ਦਾ ਪ੍ਰਬੰਧ ਵੀ ਸਾਨੂੰ ਆਪ ਹੀ ਕਰਨਾ ਪੈਣਾ। ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਨੇ। ਮਹਾਰਾਜ ਕਹਿਣ ਲੱਗੇ, ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਸਿਮਰਨ ਕਰੇ, ਸੰਗਤ ਵਿੱਚ ਜਾਵੇ ਤੇ ਗੁਰਬਾਣੀ ਦੇ ਪ੍ਰੀਤ ਸੁਣਨ ਵਾਲੀ ਅਵਸਥਾ ਚ ਆਵੇ। ਕਿੰਨਾ ਕੁ ਗੁਰਬਾਣੀ ਦਾ ਸਤਿਕਾਰ ਹੈ। ਇੱਕ ਪਾਸੇ ਜੇ ਰਾਮ ਰਾਏ ਗੁਰਬਾਣੀ ਦੀ ਤੁਕ ਬਦਲਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਮੂੰਹ ਨਾ ਲਾਵੀ। ਔਰੰਗਜ਼ੇਬ ਨੇ ਉਸ ਨੂੰ ਦੌਲਤ ਦੇ ਕੇ ਦੂਣ ਦੇ ਇਲਾਕੇ ਦੇ, ਜਿਹਨੂੰ ਅੱਜ ਦੇਹਰਾਦੂਨ ਕਹਿੰਦੇ ਨੇ, ਰਾਮ ਰਾਏ ਨੂੰ ਉਸ ਇਲਾਕੇ ਵਿੱਚ ਗੁਰੂ ਬਣਾ ਦਿੱਤਾ। ਅੱਜ ਵੀ ਉੱਥੇ ਰਾਮ ਰਾਈਏ ਬਹੁਤ ਨੇ। ਮੈਨੂੰ 2-3 ਵਾਰੀ ਦੇਹਰਾਦੂਨ ਜਾਣ ਦਾ ਸਮਾਂ ਮਿਲਿਆ ਹੈ। ਸਿੱਖੀ ਵੀ ਪ੍ਰਫੁੱਲਤ ਹੈ, ਪਰ ਉੱਥੇ ਰਾਮ ਰਾਏ ਦਾ ਅਜੇ ਵੀ ਡੇਰਾ ਚੱਲਦਾ ਹੈ। ਕਿੰਨਾ ਕੁ ਸਤਿਕਾਰ ਗੁਰੂ ਹਰਿ ਸਾਹਿਬ ਮਹਾਰਾਜ ਬਾਣੀ ਦਾ ਕਰਦੇ ਨੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਸੰਗਤ ਬਾਣੀ ਪੜ੍ਹਦੀ ਆ ਰਹੀ ਸੀ ਤੇ ਸਤਿਗੁਰੂ ਆਰਾਮ ਕਰ ਰਹੇ ਸਨ, ਕੰਨਾਂ ਵਿੱਚ ਬਾਣੀ ਪਈ, ਛੇਤੀ ਦੇ ਨਾਲ ਪਲੰਘ ਤੋਂ ਉੱਠੇ, ਦੌੜ ਕੇ ਸੰਗਤ ਦੇ ਸਾਹਮਣੇ ਆਏ, ਗੋਡੇ ਨੂੰ ਸੱਟ ਲੱਗ ਗਈ, ਖੂਨ ਵਹਿ ਰਿਹਾ ਸੀ। ਸੰਗਤ ਕਹਿਣ ਲੱਗੇ, ਮਹਾਰਾਜ ਸੰਗਤ ਵੀ